ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਿਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਆ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਚੇਂਜਸ ਕਰਵਾਉਣਾ ਚਾਹੁੰਦੇ ਹੋ, ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਹੈਲਪ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 41590903 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਵੀਰ ਵਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ, ਅਵਤਾਰ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 4 ਅਮਰੀਕਨਸ ਨੂੰ ਮੈਕਸੀਕੋ ਦੇ ਵਿੱਚ ਕਿਡਨੈਪ ਕਰ ਲਿਆ ਸੀ, ਤੇ ਅੱਜ ਇਹ ਖਬਰ ਆ ਰਹੀ ਆ ਕਿ 2 ਜਾਣਿਆਂ ਦੀਆਂ ਜਿਹੜੀਆਂ ਆ ਬੋਡੀਜ਼ ਮਿਲੀਆਂ ਤੇ 2 ਜਾਣੇ ਆ ਉਹ ਜਿੰਦਾ ਮਿਲੇ ਹੈਗੇ ਆ। ਸੋ 2 ਜਾਣਿਆਂ ਨੂੰ ਮਾਰ ਦਿੱਤਾ ਗਿਆ ਹੈਗਾ। ਮੈਕਸੀਕਨ ਪ੍ਰੈਜ਼ੀਡੈਂਟ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਵੀ ਟੈਮਲੀਪਾਸ ਗਵਰਨਰ ਐਮਰੀਕੋ ਅਨਾਇਆ ਜੋ ਆ, ਉਹਨਾਂ ਦੇ ਮੁਤਾਬਕ ਐਂਬੂਲੈਂਸ ਤੇ ਜਿਹੜੇ ਸਿਕਿਉਰਿਟੀ ਪਰਸਨਸ ਹੈਗੇ ਆ ਉਹ ਮੈਡੀਕਲ ਸਪੋਰਟ ਦੇ ਰਹੇ ਆ ਜੋ ਸਰਵਾਈਵਰਸ ਹੈਗੇ ਆ। ਇਹ 4 ਅਮਰੀਕਨਸ ਇੱਕ ਮੈਡੀਕਲ ਕਲੀਨਿਕ ਜੋ ਮੈਟਾਮੋਰਸ ਮੈਕਸੀਕੋ ਦੇ ਵਿੱਚ ਸ਼ਹਿਰ ਹੈਗਾ, ਉੱਥੇ ਉਹਦੇ ਲਾਗੇ ਜਿਹੜੇ ਮਿਲੇ ਆ। US ਦੇ ਆਫੀਸ਼ੀਅਲਸ ਜੋ ਫੈਮਿਲੀਅਰ ਹੈਗੇ ਆ ਇਸ ਇਨਵੈਸਟੀਗੇਸ਼ਨ ਦੇ ਨਾਲ, ਉਹਨਾਂ ਨੇ ਦੱਸਿਆ ਆ। ਟੈਮਾਲੂਪਾਸ ਅਟਾਰਨੀ ਜਨਰਲ ਨੇ ਦੱਸਿਆ ਵੀ ਇਹ ਜੋ 2 ਜਾਣੇ ਮਾਰੇ ਗਏ ਹੈਗੇ ਆ ਤੇ 2 ਜਾਣੇ ਜੀਂਦੇ ਬਚ ਗਏ ਆ। ਐਕਚੁਅਲੀ ਜੋ ਮੈਕਸੀਕੋ ਦੇ ਡਰੱਗ ਕਾਰਟੇਲਸ ਆ, ਉਹਨਾਂ ਨੇ ਇਹਨਾਂ ਦੀ ਜਿਹੜੀ ਆ ਆਇਡੈਂਟੀ ਆ ਉਹਨਾਂ ਨੂੰ ਮਿਸਟੋਕ ਕੀਤਾ ਤੇ ਉਹਨਾਂ ਨੂੰ ਲੱਗਿਆ ਵੀ ਇਹ ਹੇਸ਼ੀਅਨ ਡਰੱਗ ਸਮਗਲਰਸ ਹੈਗੇ ਆ। ਇਹ ਕਾਲੇ ਮੂਲ ਦੇ 4 ਜਾਣੇ ਸੀਗੇ ਤੇ ਸਾਊਥ ਕੈਰੋਲੀਨਾ ਤੋਂ ਮੈਕਸੀਕੋ ਨੂੰ ਗਏ ਸੀ, ਤੇ ਉਹਨਾਂ ਦੇ ਵਿੱਚ ਇੱਕ ਲੇਡੀ ਸੀ ਜਿਹਦੇ 6 ਬੱਚੇ ਆ। ਉਸਨੇ ਕੋਈ ਮੈਡੀਕਲ ਪ੍ਰੋਸੀਜਰ ਕਰਾਉਣਾ ਸੀ ਅਕ੍ਰੋਸ ਦਾ ਬਾਰਡਰ। ਇਹ ਜੋ 2 ਪਰਿਵਾਰਕ ਮੈਂਬਰ ਆ ਜੋ ਬਚੇ ਆ, ਉਹਨਾਂ ਨੇ ਦੱਸਿਆ ਹੈਗਾ ਆ। ਤੇ ਕਹਿੰਦੇ ਵੀ ਜਦੋਂ ਉਹਨਾਂ ਨੂੰ ਸ਼ੱਕ ਪੈ ਗਈ, ਜੋ ਉੱਥੇ ਦੇ ਡਰੱਗ ਲਾਰਡਸ ਆ ਉਹਨਾਂ ਨੇ ਇਹਨਾਂ ਨੂੰ ਗਨਾਂ ਦੇ ਨਾਲ ਕਿਡਨੈਪ ਕਰਕੇ ਇੱਕ ਅਨਡਿਸਕਲੋਜ਼ ਲੋਕੇਸ਼ਨ ਤੇ ਲੈ ਗਏ। ਤੇ ਜਦੋਂ ਉਹ ਕਿਡਨੈਪ ਕਰ ਵੀ ਰਹੇ ਸੀ ਤੇ ਇੱਕ ਉੱਥੇ ਕੋਈ ਬਾਈ ਸਟੈਂਡਰ ਖੜਾ ਸੀ, ਮੈਕਸੀਕਨ ਮੂਲ ਦਾ ਬੰਦਾ ਦੇਖ ਰਿਹਾ ਸੀ, ਉਹਨੂੰ ਵੀ ਗੋਲੀਆਂ ਦੇ ਨਾਲ ਉੱਥੇ ਉਹਨਾਂ ਨੇ ਮਾਰ ਦਿੱਤਾ। ਤੇ ਉਹ ਹਾਲਾਂਕਿ ਉਹ ਕਹਿੰਦੇ ਬਹੁਤ ਇਨੋਸੈਂਟ ਸੀ। ਇਹ US ਦੇ ਐਂਬੈਸਡਰ ਜੋ ਮੈਕਸੀਕਨ ਆ ਕੈਨ ਸਾਲਾਜ਼ਾਰ, ਉਹਨਾਂ ਨੇ ਇਹ ਦੱਸਿਆ ਹੈਗਾ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਇੱਕ ਜਾਣੇ ਨੂੰ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤਾ ਆ, ਜਿਹੜੇ ਪ੍ਰੈਜ਼ੀਡੈਂਟ ਆ ਮੈਕਸੀਕੋ ਦੇ, ਉਹਨਾਂ ਨੇ। ਤੇ ਇਹ ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ। ਬਹੁਤ ਸਾਰੇ ਲੋਕ ਆਪਣੇ ਵੀ ਘੁੰਮਣ ਜਾਂਦੇ ਨੇ ਮੈਕਸੀਕੋ 'ਚ। ਮੈਕਸੀਕੋ ਦੇ ਵਿੱਚ ਭਾਈ ਜੇ ਜਾਣਾ ਆ ਨਾ, ਉਹੋ ਜਿਹੇ ਥਾਂ ਦੇ ਉੱਤੇ ਜਾਓ ਜਿਹੜਾ ਸੈਲਾਨੀਆਂ ਦੇ ਲਈ ਚੰਗੀ ਥਾਂ ਜਿਹੜੀ ਉਹ ਹੋਵੇ। ਇਹ ਨਾ ਹੋਵੇ ਬਾਅਦ ਦੇ ਵਿੱਚ ਇੱਦਾਂ ਦੀ ਕਿਡਨੈਪਿੰਗ ਦੇ ਪ੍ਰੋਬਲਮ ਉੱਥੇ ਬਹੁਤ ਆ।
ਉਹਨਾਂ ਨੂੰ ਪਤਾ ਆ ਵੀ ਇਹਨਾਂ ਕੋਲ 4 ਪੈਸੇ ਹੁੰਦੇ ਆ ਤੇ ਇਹ ਫਿਰ ਇਸ ਹਿਸਾਬ ਦੇ ਨਾਲ ਲੁੱਟਾਂ ਖੋਹਾਂ ਇਹ ਸਾਰੀਆਂ ਚੀਜ਼ਾਂ ਕਰ ਲੈਂਦੇ ਆ। ਸੋ ਬੰਦੂਕ ਦੀ ਨੋਕ ਤੇ ਹੀ ਇਹਨਾਂ ਨੇ ਅਗਵਾ ਕੀਤਾ ਸੀਗਾ ਤੇ ਦੇਖੋ 2 ਜਾਣੇ ਹੁਣ ਇਸ ਦੇ ਵਿੱਚ ਮਰ ਚੁੱਕੇ ਆ। ਦੂਜੇ ਦੋਵਾਂ ਦਾ ਅਜੇ ਜਿਹੜੇ ਉਹ ਬਚਾਅ ਉਹਨਾਂ ਦਾ ਹੋਇਆ ਆ। ਸੋ ਪਤਾ ਨਹੀਂ ਕਿਸੇ ਦੇ ਨਾਲ ਇੱਦਾਂ ਜਿਹੜਾ ਉਹ ਨਾ ਹੋ ਜਾਵੇ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਉੱਥੇ ਨਾ ਰਿਜ਼ੋਰਟਾਂ ਤੇ ਸੇਲ ਲੱਗੀ ਆ ਜੀ, ਇੱਥੇ ਬਹੁਤ ਚੀਪ ਆ ਤੇ ਬੰਦੇ ਘੁੰਮਣ ਫਿਰਨ ਜਿਹੜੇ ਉਹ ਉੱਧਰਲੇ ਪਾਸੇ ਚਲੇ ਜਾਂਦੇ ਆ। ਮੇਕ ਸ਼ੋਰ ਕਰੋ ਵੀ ਤੁਹਾਨੂੰ ਪਤਾ ਹੋਵੇ ਵੀ ਕੌਨਫਲਿਕਟ ਵਾਲਾ ਇਲਾਕਾ ਕਿਹੜਾ ਹੈਗਾ ਆ, ਨਹੀਂ ਤਾਂ ਇਸ ਤਰੀਕੇ ਦੇ ਨਾਲ ਸਥਿਤੀ ਦੇ ਵਿੱਚ ਫਸ ਤੁਸੀਂ ਸਕਦੇ ਆ। ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ ਹਰਜੋਤ ਸਿੰਘ ਜੀ। ਇੱਕ ਵਾਰੀ 2019 ਦੇ ਵਿੱਚ 9 ਜਿਹੜੇ US ਮੈਕਸੀਕਨ ਡੂਅਲ ਸਿਟੀਜ਼ਨਸ ਆ ਉਹਨਾਂ ਨੂੰ ਸਨੋਰਾ ਦੇ ਵਿੱਚ US ਮੈਕਸੀਕੋ ਦੇ ਬਾਰਡਰ ਦੇ ਨਜ਼ਦੀਕ ਮਾਰ ਦਿੱਤਾ ਸੀਗਾ। ਸੋ ਇੱਦਾਂ ਵੀ ਜਿਹੜਾ ਇੱਕ ਵਾਪਰਿਆ ਸੀਗਾ, ਇੱਕ ਵਾਰੀ ਫਿਰ ਵਾਪਰਿਆ ਆ ਤੇ FBI ਨੇ $50,000 ਦਾ ਰਿਵਾਰਡ ਰੱਖਿਆ ਸੀਗਾ ਜੇ ਇਹ ਜਿਹੜੇ 4 ਅਗਵਾ ਹੋਏ US ਨਾਗਰਿਕ ਜਿਹੜੇ ਆ ਉਹਨਾਂ ਨੂੰ ਲੱਭਣ ਦੇ ਵਿੱਚ ਕੋਈ ਮਦਦ ਕਰਦਾ ਆ ਜਾਂ ਜਿਨ੍ਹਾਂ ਨੇ ਕਿਡਨੈਪ ਕੀਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਕੋਈ ਮਦਦ ਕਰਦਾ ਆ। ਜੀ, ਸੋ ਬਿਲਕੁਲ ਇਹ ਜਿਹੜੇ 4 ਜਣੇ ਗਏ ਸੀ ਇਹ ਮੈਡੀਕਲ ਪ੍ਰੋਸੀਜਰ ਦੇ ਲਈ ਗਏ ਸੀ। ਮੈਕਸੀਕੋ ਦੇ ਵਿੱਚ ਮੈਡੀਕਲ ਜੋ ਸਸਤਾ ਆ। ਟੂਰਿਜ਼ਮ ਕਰਕੇ ਬਹੁਤ ਸਾਰੇ ਅਮਰੀਕਨ ਉੱਥੇ ਪ੍ਰੋਸੀਜਰ ਕਰਾਉਣ ਜਾਂਦੇ ਆ। ਕਈ ਜਿਹੜਾ ਆ ਭਾਰ ਘਟਾਉਣ ਵਾਲਾ ਡੈਂਟਲ ਕੰਮ ਜਾਂ ਹੋਰ ਬਹੁਤ ਸਾਰੇ ਜਿਹੜੇ ਪ੍ਰੋਸੀਜਰ ਕਰਾਉਂਦੇ ਤੇ ਦੂਸਰੀ ਵਾਰੀ ਇਹ ਪਰਿਵਾਰ ਗਿਆ ਸੀਗਾ ਉੱਥੇ। ਤੇ ਅੱਜ ਅਮਰੀਕਾ ਦੀ ਸਰਕਾਰ ਨੇ ਲੈਵਲ 4 ਵਾਰਨਿੰਗ ਇਸ਼ੂ ਕੀਤੀ ਹੈ ਜਿਹੜੇ ਵੀ ਲੋਕ ਮੈਕਸੀਕੋ ਨੂੰ ਜਾ ਰਹੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਬਚਣਾ ਹੀ ਚਾਹੀਦਾ ਤੇ ਜਾਂ ਨਾ ਹੀ ਜਾਣਾ ਚਾਹੀਦਾ ਹੈਗਾ ਆ। ਸੋ ਇਹ ਐਡਵਾਈਜ਼ਰੀ ਜੋ ਸਟੇਟ ਡਿਪਾਰਟਮੈਂਟ ਆ USA ਦੀ ਉਹਨਾਂ ਨੇ ਅੱਜ ਜਾਰੀ ਕੀਤੀ ਹੈਗੀ ਹੈ ਜੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਇਹ ਦੱਸਿਆ ਸੀਗਾ ਵੀ ਇਹ ਚਾਰੇ ਬੜੇ ਗੂੜੇ ਮਿੱਤਰ ਸੀਗੇ। ਸਾਊਥ ਕੈਰੋਲੀਨਾ ਤੋਂ ਦੇਖੋ ਟਰੈਵਲ ਕਰ ਰਹੇ ਸੀਗੇ ਮੈਕਸੀਕੋ ਨੂੰ ਆਪਣਾ ਇਲਾਜ ਜਿਹੜਾ ਆ ਉਹ ਕਰਾਉਣ ਦੇ ਲਈ, ਪਰ ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਉੱਥੇ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਜਾਨ ਆ ਉਹ ਲੈ ਲਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਐਟਮੋਸਫੇਰਿਕ ਰਿਵਰ ਨੂੰ ਲੈ ਕੇ ਜਿੰਨੇ ਵੀ ਮੀਟਰੀਓਲੋਜਿਸਟ ਆ ਉਹ ਚੇਤਾਵਨੀਆਂ ਦੇ ਰਹੇ ਆ। ਕੱਲ ਵੀ ਆਪਾਂ ਇਸ ਦਾ ਜਿਹੜਾ ਜ਼ਿਕਰ ਕੀਤਾ ਸੀ, ਅੱਜ ਇੱਕ ਵਾਰੀ ਫੇਰ ਇਸ ਮੁੱਦੇ ਨੂੰ ਜਿਹੜਾ ਬੜੀ ਗੰਭੀਰਤਾ ਦੇ ਨਾਲ ਦੱਸਿਆ ਜਾ ਰਿਹਾ ਆ। ਕਹਿੰਦੇ ਆ ਵੀ ਇਹ ਜਿਹੜਾ ਮੀਂਹ ਹੈ ਕਾਫੀ ਜ਼ਿਆਦਾ ਮੀਂਹ ਪੈ ਸਕਦਾ ਹੈ ਤੇ ਫਲੱਡਿੰਗ ਸਟਰਕਚਰਲ ਡੈਮੇਜ ਬਹੁਤ ਸਾਰੇ ਥਾਵਾਂ ਦੇ ਉੱਤੇ ਜਿੱਥੇ ਪਾਣੀ ਖੜ ਜਾਂਦਾ ਆ ਉੱਥੇ ਸਟਰਕਚਰਲ ਡੈਮੇਜ ਹੋਣ ਦਾ ਖਤਰਾ ਬਣਿਆ ਪਿਆ ਆ। ਤੇ ਜੇ ਉਤਲੇ ਇਲਾਕਿਆਂ ਦੇ ਵਿੱਚ ਜ਼ਿਆਦਾ ਮੀਂਹ ਪਿਆ ਬਰਫ਼ ਦੀ ਬਜਾਏ ਤਾਂ ਜਿਹੜਾ ਆਲਰੇਡੀ ਬਰਫ਼ ਪਈ ਆ ਉਸ ਨੂੰ ਖੋਰ ਕੇ ਪਾਣੀ ਜਿਹੜਾ ਉਹ ਥੱਲੇ ਲੈ ਆਊਗਾ ਤੇ ਉਹਦੇ ਨਾਲ ਫਲੱਡਿੰਗ ਦੇ ਚਾਂਸਸ ਜਿਹੜੇ ਆ ਹੋਰ ਜ਼ਿਆਦਾ ਵੱਧ ਜਾਣਗੇ। UCLA ਦੇ ਕਲਾਈਮੇਟ ਸਾਇੰਟਿਸਟ ਡੈਨੀਅਲ ਸਵਾਨ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਇਸ ਦੇ ਜਿਹੜੇ ਚਾਂਸ ਆ ਹੁਣ ਲਗਾਤਾਰ ਪ੍ਰੋਬੇਬਿਲਿਟੀ ਵੱਧਦੀ ਜਾਂਦੀ ਆ ਵੀ ਜਿਹੜੀ ਇੱਕ ਗਰਮੈਸ਼ ਵਾਲੀ ਐਟਮੋਸਫੇਰਿਕ ਰਿਵਰ ਆ ਇਸ ਨੇ ਨਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਉੱਤੇ ਵੀਰਵਾਰ ਦੀ ਤੋਂ ਲੈ ਕੇ ਸੈਟਰਡੇ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਜਿਹੜਾ ਉਹ ਪਾਉਣਾ ਹੈਗਾ ਆ। ਪਹਿਲਾਂ ਇਦਾਂ ਦੇ ਸਿਸਟਮ ਬਣਨ ਦੀ ਜਿਹੜੀ ਹਰਜੋਤ ਸਿੰਘ ਜੀ ਖਦਸ਼ਾ ਸਿਰਫ 20% ਦੱਸਿਆ ਜਾ ਰਿਹਾ ਸੀਗਾ, ਪਰ ਹੁਣ ਇਹ ਲਗਾਤਾਰ ਇਹਦੇ ਪਰਸੈਂਟੇਜ ਚਾਂਸਸ ਜਿਹੜੇ ਆ ਉਹ ਵੱਧ ਚੁੱਕੇ ਆ। ਹੁਣ ਤਾਂ ਕਨਫਰਮ ਹੀ ਜਿਹੜਾ ਆ ਉਹ ਕਰ ਰਹੇ ਹੈਗੇ ਆ। ਕਾਰਲਸ ਮੋਲੀਨਾ ਇਹ ਮੀਟਰੀਓਲੋਜਿਸਟ ਨੇ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ ਤੋਂ, ਉਹਨਾਂ ਨੇ ਕਿਹਾ ਵੀ ਆਪਾਂ ਮੀਂਹ ਦੇਖਾਂਗੇ ਸਨੋ ਦੇ ਉੱਤੇ। ਐਲੀਵੇਸ਼ਨ ਜਿਹੜੀ 2000 ਤੋਂ 4000 ਫੁੱਟ ਦੇ ਦਰਮਿਆਨ ਜਿਹੜੀ ਸਨੋ ਪਈ ਆ ਉੱਥੇ ਮੀਂਹ ਪੈਣਾ ਆ ਤੇ ਉਸ ਮੀਂਹ ਨੇ ਇਸ ਸਨੋ ਨੂੰ ਮੈਲਟ ਕਰਨਾ ਆ। ਸੋ ਫਲੱਡਿੰਗ ਦੇ ਚਾਂਸਸ ਜਿਹੜੇ ਆ ਬਹੁਤ ਜ਼ਿਆਦਾ ਇਸ ਟਾਈਮ ਵੱਧ ਚੁੱਕੇ ਆ। ਆਲਰੇਡੀ ਜਿਹੜੇ ਲੋਕ ਰੂਰਲ ਇਲਾਕਿਆਂ 'ਚ ਪੇਂਡੂ ਇਲਾਕਿਆਂ 'ਚ ਜਾਂ ਕਹਿ ਲਓ ਵੀ ਬੜੇ ਵਿਲਡਰਨੈਸ ਦੇ ਵਿੱਚ ਰਹਿ ਰਹੇ ਸੀਗੇ ਜਿੱਥੇ ਬਰਫ਼ ਬਹੁਤ ਪਈ ਆ, ਉਹਨਾਂ ਨੂੰ ਖਾਣ ਪੀਣ ਦਾ ਸਮਾਨ ਤੇ ਹੋਰ ਰੋਜ਼ਮਰਾ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਪੂਰੀਆਂ ਕਰਨ 'ਚ ਬਹੁਤ ਮੁਸ਼ਕਿਲਾਂ ਦਿੱਕਤਾਂ ਜਿਹੜੀਆਂ ਉਹ ਆ ਰਹੀਆਂ ਆ। ਸੋ ਇਹ ਹੁਣ ਆਉਣ ਵਾਲੀ ਜਿਹੜੀ ਐਟਮੋਸਫੇਰਿਕ ਰਿਵਰ ਆ ਇਸ ਵਾਰ ਵਾਰਮ ਵੈਦਰ ਕਰਕੇ ਆ, ਵਾਰਮ ਆ। ਸੋ ਇਹ ਨਹੀਂ ਆ ਵੀ ਠੰਡ ਜ਼ਿਆਦਾ ਹੋਣੀ ਆ, ਟੈਂਪਰੇਚਰ ਠੀਕ ਰਹਿਣਾ ਆ, ਪਰ ਮੀਂਹ ਜਿਹੜਾ ਆ ਉਹ ਕਾਫੀ ਜ਼ਿਆਦਾ ਪਊਗਾ ਤੇ ਬਰਫ਼ ਦੇ ਉੱਤੇ ਮੀਂਹ ਪੈਣ ਦੇ ਨਾਲ ਫਲੱਡਿੰਗ ਦੀ ਸੰਭਾਵਨਾ ਜਿਹੜੀ ਉਹ ਇਸ ਟਾਈਮ ਜ਼ਿਆਦਾ ਪ੍ਰਗਟਾਈ ਜਾ ਰਹੀ ਹੈਗੀ ਆ। ਸੋ ਇਹੀ ਕਹਿ ਰਹੇ ਆ ਵੀ ਬਕਲ ਅਪ, ਗੈਟ ਰੈਡੀ
ਇਹ ਵੈਦਰ ਨੂੰ ਰਾਈਡ ਕਰਨ ਦੇ ਲਈ ਸਾਰੇ ਜਣੇ ਤਿਆਰ ਰਹਿਣ। ਜੀ, ਸੈਂਟਰਲ ਵੈਲੀ ਕੈਲੀਫੋਰਨੀਆ ਦੀ ਤੇ ਸਦਰਨ ਕੈਲੀਫੋਰਨੀਆ ਸੈਨ ਬਰਨਡੀਨੋ ਕਾਉਂਟੀ ਇੱਥੇ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਆ। ਨਾਰਦਰਨ ਕੈਲੀਫੋਰਨੀਆ 'ਚ ਵੀ ਖਬਰਾਂ ਆ ਰਹੀਆਂ। ਤੇ ਜੇ ਸਨੋ ਦੀ ਗੱਲ ਕਰਦੇ ਜਾਈਏ, ਟਰੱਕੀ ਲੇਕ ਤਾਹੋ ਵਾਲਾ ਏਰੀਆ ਆ, ਉੱਥੇ ਲਗਾਤਾਰ ਅੱਜ ਤੋਂ ਲੈ ਕੇ ਬੁੱਧਵਾਰ ਤੱਕ ਸਨੋ ਪੈਂਦੀ ਰਹੂਗੀ। ਨੈਸ਼ਨਲ ਵੈਦਰ ਸਰਵਿਸ ਜੋ ਰੀਨੋ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਆ ਵੀ 2 ਫੁੱਟ ਤੱਕ ਸਨੋ ਸਿਆਰਾ ਕ੍ਰੈਸਟ ਦੇ ਵਿੱਚ, ਤੇ ਯੂਐਸ ਹਾਈਵੇ ਜਿਹੜਾ 50 ਆ ਉੱਥੇ 4 ਤੋਂ ਲੈ ਕੇ 8 ਇੰਚ ਤੱਕ, ਤਾਹੋ ਦੇ ਵੇਸਨ 'ਚ 2 ਤੋਂ ਲੈ ਕੇ 6 ਇੰਚ ਤੱਕ ਜਿਹੜੀ ਸਨੋ ਆ ਉਹ ਪੈਂਦੀ ਰਹੂਗੀ। ਸੋ ਕਈ ਵਾਰ ਇਹ ਵੀ ਚਾਂਸ ਹੋ ਸਕਦਾ ਵੀ ਹਾਈਵੇ 50 ਫੇਰ ਇੱਕ ਵਾਰੀ ਬੰਦ ਕਰਨਾ ਪੈ ਜਾਏਗਾ। ਕਹਿੰਦੇ ਫਰਾਈਡੇ ਤਾਈਂ 100 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣਗੀਆਂ। ਸੋ ਉੱਧਰ ਠੰਡ ਵੀ ਬਹੁਤ ਜਿਹੜੀ ਆ ਉਹ ਹੋਊਗੀ, ਤੇ ਟੈਂਪਰੇਚਰ ਵੀ ਕਾਫੀ ਜ਼ਿਆਦਾ ਜਿਹੜਾ ਲੋ ਜਾਊਗਾ। ਤੇ ਜੇ ਮੀਂਹ ਪੈ ਜਾਂਦਾ ਫਿਰ ਇੱਧਰ ਜਿਹੜਾ ਆ ਕਾਫੀ ਫਲੱਡਿੰਗ ਦੇ ਚਾਂਸ ਹੋਣਗੇ, ਜਿਸ ਤਰ੍ਹਾਂ ਆਪਾਂ ਸੈਂਟਰ ਵੈਲੀ ਦੇ ਵਿੱਚ ਦੱਸ ਰਹੇ ਹੈਗੇ ਆ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਵਾਰਨਿੰਗ ਜਾਰੀ ਕੀਤੀ ਗਈ ਹੈਗੀ ਆ ਐਟਮੋਸਫੇਰਿਕ ਰਿਵਰ ਦੇ ਆਉਣ ਦੇ ਨਾਲ। ਇਹ ਕਹਿੰਦੇ ਵੀ ਜਿਹੜਾ ਐਟਮੋਸਫੇਰਿਕ ਰਿਵਰ ਆ ਵਾਰਮ ਐਟਮੋਸਫੇਰਿਕ ਰਿਵਰ, ਇਹ ਕੈਲੀਫੋਰਨੀਆ ਨੂੰ ਬਹੁਤ ਬੁਰੀ ਤਰ੍ਹਾਂ ਹਿੱਟ ਕਰੂਗਾ। UCLA ਦੇ ਕਲਾਈਮੇਟ ਸਾਇੰਟਿਸਟ ਡੈਨੀਅਲ ਸਵੇਨ ਆ ਜੋ ਉਹਨਾਂ ਨੇ ਅੱਜ ਦੱਸਿਆ ਹੈਗਾ। ਕਹਿੰਦੇ ਪਈ 7 ਔਰ 8 ਜਾਂ 10 ਇਹਦੇ ਨਾਲੋਂ ਵੀ ਹਾਇਰ ਵਾਰਮ ਐਟਮੋਸਫੇਰਿਕ ਰਿਵਰ ਇਵੈਂਟ ਆ ਰਹੀ ਆ, ਤੇ ਹੈਵੀ ਰੇਨ ਹੋਣੀ ਆ। ਜੇ ਸੈਂਟਰ ਵੈਲੀ ਦੇ ਦੇਖਦੇ ਜਾਈਏ ਜਿਸ ਹਿਸਾਬ ਨਾਲ ਉਹਨਾਂ ਨੇ ਮੈਪ ਬਣਾਏ ਆ ਵੀ ਬਹੁਤ ਜ਼ਿਆਦਾ ਜਿਹੜਾ ਮੀਂਹ ਪਊਗਾ, ਜਿਹੜੇ ਰਿਵਰ ਸਟਰੀਮਸ ਜਿੰਨੀਆਂ ਵੀ ਆ ਉਹ ਸਾਰੀਆਂ ਓਵਰਫਲੋ ਕਰਨਗੀਆਂ। ਲਾਸ ਐਂਜਲਸ, ਸਿਆਰਾ ਨਵਾਡਾ, ਸੈਨ ਬਰਨਡੀਨੋ, ਇਹ ਜੋ ਵੀ ਏਰੀਆ ਹੈਗਾ ਆ ਬਹੁਤ ਬੁਰੀ ਤਰ੍ਹਾਂ ਅਫੈਕਟ ਹੋਊਗਾ। ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲ ਆ ਵੀ ਕੱਲ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀਆਂ, ਕਈ ਪਰਿਵਾਰਾਂ ਦਾ ਜਿਹੜਾ ਫੂਡ ਆ ਉਹ ਖਤਮ ਹੋ ਗਿਆ, ਤੇ 10-10 ਫੁੱਟ ਤੱਕ ਸਨੋ ਪਈ ਹੋਈ ਆ, ਤੇ ਬਾਹਰ ਨਿਕਲਣ ਲਈ ਰਸਤਾ ਨਹੀਂ ਹੈਗਾ। ਤੇ ਬੜੀ ਮੁਸ਼ਕਲ ਦੇ ਨਾਲ ਜੋ ਪੁਲਿਸ ਵਾਲੇ ਆ ਜਾਂ ਨੈਸ਼ਨਲ ਗਾਰਡ ਵੀ ਬੁਲਾਏ ਗਏ ਹੈਗੇ ਆ ਕੁਛ ਏਰੀਏ 'ਚ, ਉਹ ਫੂਡ ਪਹੁੰਚਾ ਰਹੇ ਹੈਗੇ ਆ। 5000 ਤੋਂ ਲੈ ਕੇ 6000 ਫੁੱਟ ਤੱਕ ਉਚਾਈ ਵਾਲੇ ਜਿਹੜੇ ਏਰੀਏ ਆ ਉੱਥੇ ਤਾਂ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਬਣਿਆ ਹੋਇਆ ਹੈਗਾ। ਜੀ ਜੀ ਬਿਲਕੁਲ। ਸੋ ਜਿਹੜੀ ਯੋਸੇਮਿਟੀ ਵਰਗੇ 8000 ਫੁੱਟ ਜਾਂ ਉਸ ਤੋਂ ਉੱਤੇ ਦੇ ਜਿਹੜੇ ਇਲਾਕੇ ਆ ਉੱਥੇ ਬਰਫ਼ ਜਿਹੜੀ ਉਹ ਪੈ ਸਕਦੀ ਹੈ। ਇਸ ਵਾਰ 6 ਫੁੱਟ ਇਸ ਸਟਾਰਮ ਦੇ ਵਿੱਚ ਇੱਥੇ ਬਰਫ਼ ਜਿਹੜੀ ਉਹ ਪੈਣ ਦੀਆਂ ਕਿਆਸਾਂ ਦੱਸੀਆਂ ਜਾ ਰਹੀਆਂ ਆ। ਸੋ ਇਸ ਵਾਰ ਲੋ ਐਲੀਵੇਸ਼ਨ ਵਾਲੇ ਇਲਾਕਿਆਂ 'ਚ ਮੀਂਹ ਤੇ ਹਾਈ ਐਲੀਵੇਸ਼ਨ ਦੇ ਵਿੱਚ ਜਿਹੜੀ ਬਰਫ਼ ਆ ਉਹ ਦੱਸੀ ਗਈ ਹੈਗੀ ਆ। ਸੋ ਗੈਟ ਰੈਡੀ ਜੀ। ਆਪਾਂ ਉਮੀਦ ਕਰਦੇ ਹਾਂ ਵੀ ਬੰਨ ਬੁੰਨ ਜਿਹੜੇ ਆ ਉਹ ਨਾ ਟੁੱਟ ਜਾਣ, ਕਿਉਂਕਿ ਪਿਛਲੀ ਵਾਰੀ ਜਦੋਂ ਇੱਦਾਂ ਐਟਮੋਸਫੇਰਿਕ ਰਿਵਰ ਆਇਆ ਸੀ ਉਦੋਂ ਬੰਨ ਟੁੱਟੇ ਸੀ, ਤੇ ਬੰਨ ਟੁੱਟਣ ਤੋਂ ਬਾਅਦ 'ਚ ਕਈ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਸੀ। ਵਿਲਟਨ ਵਰਗਾ ਸ਼ਹਿਰ ਵੀ ਜਿਹੜਾ ਉਹ ਡੁੱਬ ਗਿਆ ਸੀਗਾ। ਕਈ ਕਾਉਂਟੀਜ਼ ਵਾਲੇ ਯੂਜਲੀ ਅਜਿਹੇ ਸਮੇਂ ਦੇ ਵਿੱਚ ਤੁਹਾਨੂੰ ਸੈਂਡ ਬੈਗਸ ਜਿਹੜੇ ਆ ਉਹ ਦੇ ਦਿੰਦੇ ਨੇ। ਸੋ ਉਹ ਬੋਰੇ ਵਗੈਰਾ ਜਿਹੜੇ ਆ ਰੇਤਾ ਨਾਲ ਭਰੇ ਹੋਏ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਪਾਣੀ ਵੜਿਆ ਸੀਗਾ ਲਾਸਟ ਟਾਈਮ, ਤੇ ਇਸ ਵਾਰ ਜੇ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਆ ਤਾਂ ਆਪਣੀ ਕਾਉਂਟੀ ਵਾਲਿਆਂ ਦੇ ਨਾਲ ਕੰਟੈਕਟ ਕਰੋ। ਮੇ ਬੀ ਉਹ ਜਿਹੜੀ ਚੀਜ਼ ਆ ਉਹ ਅਵੇਲੇਬਲ ਹੋਵੇ। ਜੀ, ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਕਿ ਜਿਹੜੇ ਆਫੀਸ਼ੀਅਲਸ ਆ ਗਵਰਨਮੈਂਟ ਦੇ ਜਿਨ੍ਹਾਂ ਨੇ ਇਹ ਸਾਰਾ ਕੁਝ ਹੈਂਡਲ ਕਰਨਾ ਆ, ਉਹ ਅਨਪ੍ਰੀਪੇਅਰਡ ਹੈਗੇ ਆ ਮਾਊਂਟੇਨ ਬਲਿਜ਼ਰਡ ਦੇ ਲਈ, ਕਿਉਂਕਿ ਬਹੁਤ ਸਾਰੇ ਲੋਕ ਟਰੈਪਡ ਹੈਗੇ ਹਜੇ ਵੀ। ਸਰੋਤਿਆਂ ਨੂੰ ਯਾਦ ਹੋਊਗਾ 2017 ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਸੀ, ਜਿਸ ਟਾਈਮ ਦੇ ਉੱਤੇ ਔਰੋਵਿਲ ਡੈਮ ਜੋ ਯੂਬਾ ਸਿਟੀ ਤੋਂ ਅੱਗੇ ਹੈਗਾ ਆ ਉਹ ਸਪਿਲ ਓਵਰ ਹੋ ਗਿਆ ਸੀ। ਕੈਲੀਫੋਰਨੀਆ ਦਾ ਸਭ ਤੋਂ ਵੱਡਾ ਰਿਜ਼ਰਵਾਇਰ ਆ, ਜਿਹਦੇ ਨਾਲ 1 ਲੱਖ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ ਸੀ। ਤੇ ਹੁਣ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਇਹ ਕਹਿ ਰਿਹਾ ਵੀ ਔਰੋਵਿਲ ਵਾਲਾ ਜਿਹੜਾ ਡੈਮ ਆ ਉਹ ਦੁਆਰਾ ਕੀ ਉਹਨਾਂ ਨੇ ਵਧੀਆ ਬਣਾਤਾ ਆ, ਪਰ ਉਹਦੇ ਵਿੱਚ ਪਾਣੀ ਹਜੇ ਇੰਨਾ ਨਹੀਂ ਹੋਇਆ ਹੈਗਾ, ਨਾ ਹੀ ਲੇਕ ਸ਼ਸਤਾ ਜਾਂ ਲੇਕ ਟ੍ਰਿਨਿਟੀ ਦੇ ਵਿੱਚ ਫਾਰ ਬਲੋ ਕਪੈਸਿਟੀ ਆ ਉਹਨਾਂ ਦੀ ਹਜੇ ਤੱਕ। ਸੋ ਉਹਦੇ 'ਚ ਹੋਰ ਪਾਣੀ ਭਰ ਸਕਦਾ ਹੈਗਾ ਆ, ਤੇ ਸੋ ਇਸ ਕਰਕੇ ਤਿਆਰੀ ਸਾਰੇ ਜਿਹੜੇ ਬਿਲਕੁਲ ਸਹੀ ਰੱਖਣੀ ਚਾਹੀਦੀ ਆ। ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਵੀ ਚੋ ਰਹੀਆਂ ਆ, ਕਿਉਂਕਿ ਮੀਂਹ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ ਹੈਗਾ, ਤੇ ਜਿਹੜਾ ਟ੍ਰੈਫਿਕ ਆ ਉਸ ਤੋਂ ਵੀ ਜਿਹੜਾ ਬਚਣਾ ਚਾਹੀਦਾ, ਜੇ ਅਨਨੈਸੈਸਰੀ ਟਰੈਵਲ ਨਹੀਂ ਕਰਨਾ ਚਾਹੀਦਾ। ਸਟੇ ਸੇਫ, ਸਟੇ ਵਾਰਮ, ਸਟੇ ਡਰਾਈ ਜਿਹਨੂੰ ਕਹਿੰਦੇ ਆ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖੋ।
ਤੇ ਸੈਚੂਰੇਟ ਹੋਈ ਪਈ ਆ, ਲੈਂਡ ਸੈਚੂਰੇਟ ਆ। ਵੱਡੇ ਰੁੱਖਾਂ ਦੇ ਇਹ ਅਜਿਹੇ ਜਦੋਂ ਤੇਜ਼ ਹਵਾਵਾਂ ਆਉਂਦੀਆਂ ਤੇ ਜਦੋਂ ਜੜ੍ਹਾਂ ਬਿਲਕੁਲ ਪੋਲੀਆਂ ਪਈਆਂ ਹੁੰਦੀਆਂ, ਜ਼ਮੀਨ ਦੇ ਨਾਲ ਨਹੀਂ ਹੋਈਆਂ, ਸੈਚੂਰੇਟ ਹੋਈ ਆ, ਉਦੋਂ ਅਜਿਹੇ ਜਿਹੜੇ ਰੁੱਖ ਆ ਫਿਰ ਬਹੁਤ ਜਲਦੀ ਜਿਹੜੇ ਉਹ ਡਿੱਗ ਪੈਂਦੇ ਆ। ਸੋ ਮੇਕ ਸ਼ੋਰ ਕਰੋ ਤੁਹਾਡੇ ਘਰ ਦੇ ਇਰਦ ਗਿਰਦ ਜੇ ਕੋਈ ਟਾਹਣੀਆਂ ਟੂਣੀਆਂ ਲਾਗੇ ਆ ਛੱਤ ਦੇ, ਤਾਂ ਭਾਈ ਉਹਨਾਂ ਨੂੰ ਵੱਢ ਕੇ ਜਿਹੜਾ ਰੱਖੋ। ਰੁੱਖ ਤੇ ਚਲੋ ਸਾਰਾ ਕੀ ਵੱਢਣਾ ਆ, ਜਿੱਦਾਂ ਵੀ ਆ, ਪਰ ਦੇਖੋ ਜੇ ਉਹ ਆਲਰੇਡੀ ਅਨਸੇਫ ਆ ਫਿਰ ਤਾਂ ਤੁਹਾਨੂੰ ਤਾਂ ਪਹਿਲਾਂ ਹੀ ਕੰਮ ਕਰਾ ਲੈਣਾ ਚਾਹੀਦਾ ਆ, ਇਸ ਤੋਂ ਪਹਿਲਾਂ ਵੀ ਉਹ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਜਾਵੇ। ਸੋ ਬਿਜਲੀ ਜਾਣ ਦੀ ਖਤਰਾ ਤੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾਲ ਹੀ ਰਹਿਣਗੀਆਂ ਜੀ। ਅਗਲੀ ਅਗਲੀ ਖਬਰ ਵੱਲ ਜੀ। ਚਲੀਏ। ਅੱਜ ਜੋ ਸੈਨੇਟ ਦੇ ਲੀਡਰ ਹੈਗੇ ਆ ਚੱਕ ਸ਼ੂਮਰ, ਉਹਨਾਂ ਨੇ ਫੌਕਸ ਨਿਊਜ਼ ਦੇ ਹੋਸਟ ਟੱਕਰ ਕਾਲਸਨ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ, ਤੇ ਨਾਲ ਹੀ ਨਾਲ ਉਹਨਾਂ ਨੇ ਸਪੀਕਰ ਜੋ ਹਾਊਸ ਸਪੀਕਰ ਆ ਕੈਬਨ ਮਕਾਰਥੀ, ਖਾਸ ਕਰਕੇ ਜਨਵਰੀ 6 ਦੀ ਫੁਟੇਜ ਆ ਉਸ ਨੂੰ ਲੈ ਕੇ ਕਹਿੰਦੇ ਭਈ ਜੋ ਹਾਊਸ ਸਪੀਕਰ ਕੈਬਨ ਮਕਾਰਥੀ ਆ, ਉਹਨਾਂ ਨੇ ਟੱਕਰ ਕਾਲਸਨ ਨੂੰ ਹਜ਼ਾਰਾਂ ਹੀ ਘੰਟਿਆਂ ਦੀ ਜੋ ਕੈਪੀਟਲ ਸਿਕਿਉਰਿਟੀ ਦਾ ਫੁਟੇਜ ਆ ਉਹ ਦੇ ਦਿੱਤਾ, ਤੇ ਟੱਕਰ ਕਾਲਸਨ ਨੇ ਉਹਦੇ ਵਿੱਚੋਂ ਕੁਛ ਕੁ ਜੋ ਆ ਸਿਲੈਕਟ ਕਰਕੇ ਜਿੱਥੇ ਬੜਾ ਪੀਸਫੁਲ ਚੱਲ ਰਿਹਾ ਸੀ ਪ੍ਰੋਟੈਸਟ, ਉਹੀ ਜਿਹੜਾ ਸ਼ੋਅ ਕੀਤਾ। ਬਾਕੀ ਜੋ ਉੱਥੇ ਵਾਇਲੈਂਸ ਹੋਈ ਸੀ ਉਹ ਜਿਹੜਾ ਆ ਸਾਰਾ ਵਿੱਚੋਂ ਮਿਸ ਕਰ ਦਿੱਤਾ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ 44,000 ਘੰਟੇ ਦੀ ਜੋ ਕੈਪੀਟਲ ਦੀ ਸਿਕਿਉਰਿਟੀ ਦੀ ਫੁਟੇਜ ਆ ਉਹ ਅਵੇਲੇਬਲ ਹੈਗੀ ਆ। ਜੀ ਸੋ ਜਨਵਰੀ 6 2021 ਨੂੰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਵਾਈਟ ਹਾਊਸ ਦੇ ਬਾਹਰ ਕੈਪੀਟਲ ਹਿੱਲ ਦੇ ਉੱਤੇ ਕੀ ਵਾਪਰਿਆ ਸੀ, ਪਰ ਕਈ ਲੋਕ ਉਸ ਨੂੰ ਕਵਰ ਕਰਨਾ ਚਾਹੁੰਦੇ ਆ, ਕਈ ਉਸ ਨੂੰ ਮੁੱਦਾ ਬਣਾਉਣਾ ਚਾਹੁੰਦੇ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਇਸ ਟਾਈਮ ਬਣਿਆ ਹੋਇਆ ਹੈ ਜੀ। ਇੱਥੋਂ ਤੱਕ ਕਿ ਯੂਐਸ ਜਿਹੜੇ ਕੈਪੀਟਲ ਪੁਲਿਸ ਦੇ ਚੀਫ ਟੌਮ ਮੈਨਗਰ ਆ, ਉਹਨਾਂ ਨੇ ਵੀ ਜਿਹੜੇ ਫੌਕਸ ਨਿਊਜ਼ ਦੇ ਜਿਹੜੇ ਟੱਕਰ ਕਾਲਸਨ ਆ, ਉਹਨਾਂ ਨੂੰ ਉਸ ਦੇ ਉੱਤੇ ਕਮੈਂਟਰੀ ਦੇ ਉੱਤੇ ਜਿਹੜਾ ਆ ਉਹ ਝਾੜ ਪਾਈ ਆ। ਕਹਿੰਦੇ ਵੀ ਉਹ ਚੈਰੀ ਪਿਕ ਕਰ ਰਹੇ ਆ ਤੇ ਜਾਣਬੁੱਝ ਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਵੀ 6 ਜਨਵਰੀ ਵਾਲੀ ਜਿਹੜੀ ਇਨਸਰੈਕਸ਼ਨ ਆ, ਜਿਹੜੀ ਉਹਨਾਂ ਨੇ ਹਿੰਸਾ ਕੀਤੀ ਆ, ਜਿਸ ਦੇ ਵਿੱਚ ਉਹ ਆਪ ਉਹ ਸੈਨੇਟਰਸ ਜਿਨ੍ਹਾਂ ਨੇ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਨਜ਼ਰ ਆ ਰਹੇ ਸੀਗੇ, ਉਸ ਚੀਜ਼ਾਂ ਨੂੰ ਵੀ ਜਿਹੜਾ ਆ ਉਹ ਮਿਸਲੀਡ ਕਰ ਰਿਹਾ ਆ, ਤੇ ਇਨਸਰੈਕਸ਼ਨ ਨੂੰ ਜਿਹੜਾ ਕਹਿੰਦੇ ਵੀ ਉਹ ਸ਼ੋਅ ਕਰ ਰਿਹਾ ਆ ਵੀ ਬੜੇ ਸ਼ਾਂਤਪੂਰਵਕ ਜਿਹੜੇ ਉਹ ਚੱਲ ਰਹੇ ਸੀਗੇ। ਇਹ ਉਹੀ ਫੌਕਸ ਨਿਊਜ਼ ਵਾਲੇ ਆ ਜਿਨ੍ਹਾਂ ਨੇ ਇਲੈਕਸ਼ਨ ਦੀਆਂ ਰੀਸੈਂਟਲੀ ਆਪਣੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਮੰਨਿਆ ਵੀ ਅੰਦਰ ਖਾਤੇ ਤਾਂ ਇਹ ਸਾਰੇ ਜਿਹੜੇ ਹੋਸਟ ਆ ਇਲੈਕਸ਼ਨ ਲਾਸਟ ਵਾਲੀ ਚੀਜ਼ ਨੂੰ ਕਹਿ ਰਹੇ ਸੀਗੇ ਵੀ ਇਹ ਤਾਂ ਪਾਗਲ ਹੋ ਗਏ, ਕੀ ਗੱਲਾਂ ਜਿਹੜੀਆਂ ਆਪਸ 'ਚ ਕਰੀ ਜਾਂਦੇ ਆ। ਪਰ ਜਦੋਂ ਔਨ ਏਅਰ ਜਾਂਦੇ ਸੀਗੇ ਤਾਂ ਉਹੀ ਜਿਹੜੀਆਂ ਝੂਠੀਆਂ ਗੱਲਾਂ ਨੂੰ ਵਧਾ ਚੜਾ ਕੇ ਜਿਹੜਾ ਉਹ ਦੱਸਦੇ ਸੀ, ਜਿਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਇਲੈਕਸ਼ਨ ਫਰਾਡ ਨੂੰ ਲੈ ਕੇ, ਇਲੈਕਸ਼ਨ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਮੁੱਦਾ ਭਖਦਾ ਜਿਹੜਾ ਹੋ ਰਿਹਾ, ਜਿਸ ਨੂੰ ਅਜੇ ਵੀ ਟਰੰਪ ਹੁਣੀ ਆ ਰਹੀਆਂ ਨਵੀਆਂ ਜਿਹੜੀਆਂ ਹੁਣ ਆਪਣੀ ਕੈਂਪੇਨ ਦੇ ਵਿੱਚ ਮੁੱਦਾ ਵੀ ਜਿਹੜਾ ਬਣਾਉਣਗੇ। ਉਸ ਤੋਂ ਬਾਅਦ ਦੇ ਵਿੱਚ ਇੱਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਇਲੈਕਸ਼ਨ ਡਿਨਾਇਰਸ ਆ ਉਹ ਸੱਤਾ ਦੇ ਵਿੱਚ ਵੀ ਜਿਹੜੇ ਉਹ ਆਏ ਹੈਗੇ ਆ। ਸੋ ਅੰਦਰ ਖਾਤੇ ਤਾਂ ਉਹ ਮੰਨਦੇ ਰਹੇ ਵੀ ਉਹ ਟੋਟਲੀ ਰੋਂਗ ਆ, ਕੋਈ ਫਰਾਡ ਜਿਹੜਾ ਉਹ ਨਹੀਂ ਹੋਇਆ, ਟਰੰਪ ਹੈਜ਼ ਲੋਸਟ ਇਟ, ਇੱਦਾਂ ਦੀਆਂ ਗੱਲਾਂ ਕਰਦੇ ਰਹੇ, ਤੇ ਪਰ ਬਾਅਦ ਦੇ ਵਿੱਚ ਲੋਕਾਂ ਦੇ ਮੋਰੇ ਜਿਹੜਾ ਆ ਉਹ ਇਹ ਦਿਖਾਉਂਦੇ ਰਹੇ। ਸੋ ਉਹ ਇਹਦੇ ਪਿੱਛੇ ਵੀ ਹੁਣ ਕੀ ਇਹਨਾਂ ਦਾ ਜਿਹੜਾ ਉਹ ਹੋ ਸਕਦਾ ਆ ਉਹ ਦੇਖਣ ਵਾਲੀ ਗੱਲ ਆ। ਹਾਊਸ ਦੇ ਸਪੀਕਰ ਕੈਵਿਨ ਮਕਾਰਥੀ ਨੇ 40,000 ਘੰਟੇ ਤੋਂ ਵੱਧ ਦੀ ਜਿਹੜੀ ਫੁਟੇਜ ਆ ਕੈਪੀਟਲ ਸਿਕਿਉਰਿਟੀ ਫੁਟੇਜ ਆ ਉਹ 6 ਜਨਵਰੀ ਦੀ ਟੱਕਰ ਕਾਲਸਨ ਨੂੰ ਜਿਹੜੀ ਉਹ ਦਿੱਤੀ ਆ। ਸੋ ਹੁਣ ਇੰਨੇ ਵਰ੍ਹਿਆਂ ਬਾਅਦ ਉਹ ਟਰਾਈ ਕਰ ਰਿਹਾ ਵੀ ਉਹ ਸਾਰੀ ਚੀਜ਼ ਨੂੰ ਮੁੜ ਕੇ ਜਿਹੜਾ ਆ ਇੱਕ ਵੱਖਰੇ ਰੂਪ ਤੋਂ, ਵੱਖਰੇ ਪੱਖ ਤੋਂ ਜਿਹੜਾ ਉਸਨੂੰ ਪੇਸ਼ ਕੀਤਾ ਜਾ ਸਕੇ। ਸੋ ਲੈਟਸ ਸੀ ਕੀ ਬਣਦਾ ਹੈ ਹਰਜੋਤ ਸਿੰਘ ਜੀ। ਹੁਣ ਰੱਬ ਨਾ ਕਰੇ ਇਦਾਂ ਦੀ ਨੌਬਤ ਕਿਤੇ ਦੁਬਾਰਾ ਜਿਹੜੀ ਉਹ ਆਵੇ ਤੇ ਕੋਈ ਮੁੱਦਾ ਜਿਹੜੇ ਆ ਉਹ ਹੋਰ ਜ਼ਿਆਦਾ ਗੰਭੀਰ ਉਹ ਭੁਗਤਣੇ ਪੈਣ। ਜੀ। ਬਹੁਤ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਪੁੱਛਦੇ ਰਹਿੰਦੇ ਵੀ ਰੀਅਲ ਸਟੇਟ ਮਾਰਕੀਟ ਕਿੱਦਾਂ ਕਰੀਏ, ਕੀ ਕਰੀਏ, ਮੌਰਗੇਜ ਦੇ ਬਾਰੇ ਕੀ ਕਰੀਏ। ਸੋ ਆਪਾਂ ਹਮੇਸ਼ਾ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ। ਜਿਸ ਹਿਸਾਬ ਦੇ ਨਾਲ ਸਾਡੇ ਫੈਡਰਲ ਰਿਜ਼ਰਵ ਬੋਰਡ ਜਰੋਮੀ ਪਾਵਲ ਸੋਚ ਰਹੇ ਸੀ ਵੀ ਆਪਾਂ ਜਿੰਨਾ ਕਿ ਇੰਟਰਸਟ ਰੇਟ ਵਧਾਉਣਾ ਆ ਵਧਾਤਾ, ਉਹਦੇ ਨਾਲ ਇਨਫਲੇਸ਼ਨ ਨੂੰ ਅਸਰ ਪਊਗਾ, ਪਰ ਕੋਈ ਖਾਸ ਅਸਰ ਨਹੀਂ ਪਿਆ। ਇਹ ਹੁਣ ਅਗਲੇ ਬਿਆਨ ਹਰਜੋਤ ਸਿੰਘ ਜੀ ਸਾਰੇ ਜਾਣੇ ਬਹੁਤ ਧਿਆਨ ਨਾਲ ਸੁਣਨ, ਅੱਜ ਹੀ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਉਹ ਆਖੀਆਂ। ਜੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9:33 ਜਰੋਮੀ ਪਾਵਲ ਯੂਐਸ ਫੈਡਰਲ ਰਿਜ਼ਰਵ ਬੋਰਡ ਦੇ ਜੋ ਚੇਅਰਮੈਨ ਆ, ਉਹ ਉਹਨਾਂ ਦੀ ਹੀਅਰਿੰਗ ਜਿਹੜੀ ਚੱਲ ਰਹੀ ਹੈਗੀ ਆ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਹਿਤਾ ਆ ਵੀ ਸਾਨੂੰ ਕਾਫੀ ਵੱਡੀ ਅਮਾਉਂਟ ਦੇ ਵਿੱਚ ਇੰਟਰਸਟ ਰੇਟ ਵਧਾਉਣਾ ਪਊਗਾ।
ਸੋ ਕਹਿੰਦੇ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਬਿਗੇਸਟ ਇੰਟਰਸਟ ਰੇਟ ਇਨਕਰੀਜ਼ ਹੋਊਗਾ, ਤਾਂ ਹੀ ਜਿਹੜੀ ਆ ਯੂਐਸ ਦੀ ਇਕਨੋਮੀ ਆ ਉਹ ਕੂਲ ਡਾਊਨ ਹੋਊਗੀ। ਸੋ ਉਸ ਨੂੰ ਦੇਖਦੇ ਹੋਏ S&P ਇੰਡੈਕਸ ਤੇ ਸਟਾਕ ਮਾਰਕੀਟ ਬੜੇ ਮੂੰਹਦੇ ਪਾ ਡਿੱਗੀ ਹੋਈ ਆ। ਜਿਸ ਟਾਈਮ ਗੱਲਬਾਤ ਕਰ ਰਹੇ ਆ 300 ਤੋਂ ਲੈ ਕੇ 400 ਪੁਆਇੰਟ ਤੱਕ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡਾਊਨ ਜਾ ਚੁੱਕਾ ਹੈਗਾ। ਸੀ ਬੇਸਿਕਲੀ ਜਰੋਮ ਪਾਵਲ ਨੇ ਕਰਤਾ ਵੀ ਸਾਡਾ ਮੁੱਖ ਦੁਸ਼ਮਣ ਮਹਿੰਗਾਈ ਆ, ਉਸੇ ਨੂੰ ਹੀ ਕਾਬੂ ਪਾਉਣਾ ਆ। ਤੇ ਜਿੰਨਾ ਕਹਿੰਦੇ ਵੀ ਅਸੀਂ ਕਿਆਸ ਰਾਈਆਂ ਲਾਈਆਂ ਸੀਗੀਆਂ ਇੰਟਰਸਟ ਰੇਟ ਵਧਾਉਣ ਦੀਆਂ, ਉਹ ਤੋਂ ਪਾਰ ਹੀ ਜਾਊਗਾ ਹੁਣ, ਵੀ ਲਾਈਕਲੀ ਟੂ ਬੀ ਹਾਇਰ ਦੈਨ ਪ੍ਰੀਵੀਅਸਲੀ ਐਂਟੀਸਪੇਟਡ, ਇੱਦਾਂ ਜਿਹੜਾ ਆ ਉਹਨਾਂ ਨੇ ਆਖਿਆ ਹੈਗਾ ਆ। ਸੋ ਕਹਿੰਦੇ ਵੀ ਜੇ ਡਾਟਾ ਅਸੀਂ ਦੇਖ ਰਹੇ ਹਾਂ ਤੇ ਇੰਡੀਕੇਟ ਉਦੋਂ ਆਪਾਂ ਕਰ ਰਹੇ ਸੀਗੇ ਵੀ ਟਾਈਟਨਿੰਗ ਚਾਹੀਦੀ ਆ, ਸੋ ਅਸੀਂ ਕੀਤੀਆਂ। ਤੇ ਇਹਦੇ ਲਈ ਕਹਿੰਦੇ ਵੀ ਅਸੀਂ ਰੇਟ ਹਾਈਕਸ ਨੂੰ ਇਨਕਰੀਜ਼ ਕਰਨ ਦੀ ਤੇਜ਼ੀ ਦੇ ਨਾਲ ਜਿਹੜੀ ਸੁਣੀ ਆ ਰੇਟ ਹਾਈਕਸ ਦੀ। ਹੁਣ ਇਹ ਨਾ ਹੋਵੇ ਵੀ ਅੱਗੇ ਪੌਣਾ % ਵਧਾਉਂਦੇ ਸੀ, ਹੁਣ ਸਿੱਧਾ 1 ਜਾਂ 1.25% ਜਿਹੜਾ ਇੰਟਰਸਟ ਰੇਟ ਆ ਉਹ ਵਧਾ ਦਿੱਤਾ ਜਾਵੇ, ਵੀ ਰਿਕਾਰਡ ਤੋੜੀ ਜਿਹੜਾ ਉਹ ਹੋਵੇਗਾ। ਪਰ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਪੂਰੇ ਦਾ ਪੂਰਾ ਕਹਿ ਲਓ ਵੀ ਲੋਕਾਂ ਦੀਆਂ ਕਈ ਦੀਆਂ ਜਿਨ੍ਹਾਂ ਨੇ ਕਿਆਸ ਰਹੀਆਂ ਜਾਂ ਸੋਚਿਆ ਸੀਗਾ ਉਹਨਾਂ ਸਾਰੀਆਂ ਚੀਜ਼ਾਂ ਤੇ ਐਟਮੋਸਫੇਰਿਕ ਰਿਵਰ ਵਾਂਗੂ ਪਾਣੀ ਫਿਰ ਜਾਣਾ ਆ। ਸੋ ਦੇਖੋ ਕੀ ਜਿਹੜਾ ਅੱਗੇ ਬਣਦਾ ਆ। ਡੀ ਇਨਫਲੇਸ਼ਨ ਦੀ ਚਰਚਾ ਇਹਨਾਂ ਨੇ ਮਹੀਨਾ ਕੁ ਪਹਿਲਾਂ ਹੀ ਕੀਤੀ ਸੀ ਵੀ ਆਪਾਂ ਉਸ ਨਤੀਜੇ ਵੱਲ ਨੂੰ ਆਪਾਂ ਵੱਧ ਰਹੇ ਹਾਂ, ਪਰ ਦੇਖੋ ਮਹੀਨੇ ਦੇ ਵਿੱਚ ਕਿੰਨਾ ਕੁਛ ਆਲਰੇਡੀ ਬਦਲ ਚੁੱਕਾ ਹੈਗਾ ਆ, ਵੀ ਇਕਨੋਮੀ ਦੀ ਸਥਿਤੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਉਹਨਾਂ ਨੇ ਆਈ ਥਿੰਕ ਦੇ ਹੈਵ ਅਸੈਪਟਡ ਵੀ ਜੋ ਰਿਸੈਸ਼ਨ ਆਉਂਦਾ ਹੈ ਤਾਂ ਆਵੇ, ਵੀ ਆਪਾਂ ਇਨਫਲੇਸ਼ਨ ਦੇ ਉੱਤੇ ਜਿਹੜਾ ਆ ਉਹ ਮੁੱਖ ਤੌਰ ਦੇ ਉੱਤੇ ਕਾਬੂ ਪਾਉਣਾ ਆ। ਹਾਂ, ਖੁੱਲ੍ਹ ਕੇ ਤਾਂ ਉਹ ਕਦੀ ਨਹੀਂ ਕਹਿਣਗੇ ਵੀ ਰਿਸੈਸ਼ਨ ਜਿਹੜਾ ਉਹ ਆ ਜਾਵੇ ਭਾਵੇਂ, ਪਰ ਲੱਗ ਇਹੀ ਰਿਹਾ ਆ ਵੀ ਦੇ ਹੈਵ ਅਸੈਪਟਡ ਦਾ ਫੇਟ, ਵੀ ਉਹਨਾਂ ਨੇ ਇਹ ਮੰਨ ਲਿਆ ਆ ਵੀ ਹੁਣ ਚਲੋ ਕੋਈ ਗੱਲ ਨਹੀਂ, ਆਪਾਂ ਐਟਲੀਸਟ ਇਨਫਲੇਸ਼ਨ ਦੇ ਉੱਤੇ, ਮਹਿੰਗਾਈ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਈਏ। ਜੀ, ਕਿਉਂਕਿ ਵਾਲ ਸਟਰੀਟ ਜਰਨਲ ਇਹ ਸੋਚ ਰਹੀ ਸੀ ਕਿ ਜਦੋਂ ਹੁਣ ਨੈਕਸਟ ਮੀਟਿੰਗ ਫੈਡਰਲ ਰਿਜ਼ਰਵ ਬੋਰਡ ਦੀ ਹੋਣੀ ਆ ਮਈ 21 ਤੋਂ ਲੈ ਕੇ ਮਈ 22 ਤੱਕ, ਤੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧੂਗਾ। ਪਰ ਜਿਸ ਹਿਸਾਬ ਨਾਲ ਉਹਨਾਂ ਦੀ ਹੁਣ ਕੁਛ ਮਿੰਟ ਪਹਿਲਾਂ ਹੀ ਸਟੇਟਮੈਂਟ ਆਈ ਆ ਤੇ ਇਹ ਕਾਫੀ ਵੱਡਾ ਅਮਾਉਂਟ ਹੋ ਸਕਦਾ ਹੈਗਾ। ਆਲਰੇਡੀ ਸਰੋਤਿਆਂ ਨੂੰ ਦੱਸੀ ਜਾਈਏ 30 ਸਾਲਾਂ ਦਾ ਜੋ ਮੌਰਗੇਜ ਆ ਉਹ ਹੁਣ 7 ਕਈ ਜਗ੍ਹਾ 8% ਤੱਕ ਵੀ ਪਹੁੰਚ ਚੁੱਕਾ ਆ। ਜੇ ਹੁਣ 21 ਤੋਂ ਲੈ ਕੇ 23 ਮਾਰਚ ਨੂੰ ਜੋ ਉਹਨਾਂ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ 21 ਤੋਂ ਲੈ ਕੇ 22 ਤੱਕ ਉਹਦੇ ਵਿੱਚ ਇੰਟਰਸਟ ਰੇਟ ਹੋਰ ਵੱਧਦਾ ਹੈ, ਮੰਨ ਲਓ 0.5% ਵੀ, ਤੇ ਇਹ ਮੈਨੂੰ ਲੱਗਦਾ ਵੀ 8.5-9% ਤੱਕ ਜਿਹੜਾ ਇੰਟਰਸਟ ਰੇਟ ਜਾ ਸਕਦਾ ਹੈਗਾ। ਸੋ ਹਮੇਸ਼ਾ ਹੀ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਦਿਨਾਂ ਤੋਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਆ ਰਹੇ ਆ ਵੀ ਕੈਸ਼ ਇਜ਼ ਕਿੰਗ, ਜਿਹਦੇ ਕੋਲ ਪੈਸੇ ਆ ਸੇਵ ਕਰਕੇ ਰੱਖੋ। ਸੋ ਫਿਊਚਰ ਦੇ ਵਿੱਚ ਜਿੰਨਾ ਜ਼ਿਆਦਾ ਇੰਟਰਸਟ ਰੇਟ ਉੱਪਰ ਜਾਊਗਾ ਉਨੀ ਜ਼ਿਆਦਾ ਜਿਹੜੀ ਆ ਰੀਅਲ ਸਟੇਟ ਦੀ ਵੈਲਿਊ ਆ ਉਹ ਘਟਦੀ ਜਾਊਗੀ, ਕਿਉਂਕਿ ਲੋਕ ਕੁਆਲੀਫਾਈ ਨਹੀਂ ਕਰੂਗੇ। ਬਹੁਤ ਸਾਰੇ ਤੁਸੀਂ ਜਿਹੜੇ ਏਰੀਏ 'ਚ ਰਹਿੰਦੇ ਆ, ਈਵਨ ਮੈਂ ਬੇ ਏਰੀਏ 'ਚ ਰਹਿੰਦਾ, ਬੇ ਏਰੀਏ ਦੇ ਵਿੱਚ ਇਹ ਸਿਚੁਏਸ਼ਨ ਸੀ ਜਦੋਂ ਘਰਾਂ ਦੇ 2 ਸਾਲ ਪਹਿਲਾਂ ਆਸਕਿੰਗ ਪ੍ਰਾਈਸ ਤੋਂ ਉੱਪਰ ਵੀ $8-8 ਲੱਖ ਤੱਕ ਜਿਹੜੇ ਆ ਪ੍ਰਾਈਸ ਜਿਹੜੀ ਆ ਘਰ ਵਿਕਦੇ ਰਹੇ। ਪਰ ਹੁਣ 2-2 ਮਹੀਨੇ ਹੋ ਗਏ ਜਿਹੜੇ ਫੱਟੇ ਆ ਉਹਨਾਂ ਦੇ ਮੀਂਹ ਆਏ ਆ, ਸਾਰੇ ਲੋਕਾਂ ਦੇ ਡਿੱਗ ਪਏ ਆ, ਪਰ ਘਰ ਹਜੇ ਸੇਲ ਤੇ ਨਹੀਂ ਜਿਹੜੇ ਵਿਕੇ ਨਹੀਂ ਹੈਗੇ। ਜੀ ਜੀ ਬਿਲਕੁਲ। ਤੇ ਆਪਾਂ ਹੁਣ ਜੇ ਇੱਕ ਬ੍ਰੇਕ ਵੀ ਜਿਹੜੀ ਉਹ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਹੋਰ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਇੱਕ ਸਾਡੇ ਟਰੱਕਰ ਜਿਹੜੇ ਕਾਲਰ ਆ ਉਹਨਾਂ ਨੇ ਜਾਣਕਾਰੀ ਆਪਾਂ ਨੂੰ ਜਿਹੜੀ ਉਹ ਦਿੱਤੀ ਸੀ ਵੀ 99 ਨਾਰਥ ਪਾਊਂਡ ਲਿਵਿੰਗਸਟਨ ਦੇ ਲਾਗੇ ਇੱਕ ਕਾਫੀ ਵੱਡੇ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਰੁਕਿਆ ਪਿਆ ਆ। ਕੁਇਕ ਮੈਪ ਜਿਹੜਾ ਕੈਲਟ੍ਰਾਂਸ ਦਾ ਉਹ ਮਰਸੈਡ ਦੇ ਵਿੱਚ ਤਾਂ ਦਿਖਾ ਰਿਹਾ ਆ, ਪਰ ਉਹਨਾਂ ਨੇ ਲਿਵਿੰਗਸਟਨ ਦੇ ਵਿੱਚ ਨਹੀਂ ਦਿਖਾਇਆ। ਸੋ ਹੋਪਫੁਲੀ ਉਹ ਹੁਣੇ ਹੋਇਆ ਹੋਊਗਾ, ਜੇ ਅਪਡੇਟ ਉਹਨਾਂ ਨੇ ਆਨਲਾਈਨ ਨਹੀਂ ਕੀਤਾ ਮੇ ਵੀ। ਸੋ ਸਾਨੂੰ ਕਾਲ ਆਈ ਵੀ ਜਿਹੜਾ ਹਾਈਵੇ 99 ਆ ਲਿਵਿੰਗਸਟਨ ਦੇ ਨਜ਼ਦੀਕ ਨਾਰਥ ਬਾਉਂਡ ਆ, ਉਹ ਇੱਕ ਹਾਦਸੇ ਤੋਂ ਬਾਅਦ ਦੇ ਵਿੱਚ ਉੱਥੇ ਐਕਸੀਡੈਂਟ ਤੋਂ ਬਾਅਦ 'ਚ ਉੱਥੇ ਰੁਕਿਆ ਪਿਆ ਹੈਗਾ ਆ। ਸੋ ਐਂਟਰ ਕਰ ਲਿਓ ਜੀ, ਟਾਈਮ ਆਪਣਾ ਦੇਖ ਲਿਓ ਕਿ ਜਿਹੜਾ ਤੁਹਾਨੂੰ ਐਕਸਟਰਾ ਇਸ ਦੇ ਵਿੱਚ ਲਾਗੂ ਦੇ ਕਰਕੇ ਸਕਦਾ ਆ। ਤੇ ਆਪਾਂ ਲੈ ਲਈਏ ਜੀ ਇੱਕ ਹੁਣ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਹੋਰ ਖਬਰਾਂ ਤੇ ਇੰਸ਼ੋਰੈਂਸ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਤੇ ਇੱਦਾਂ ਹੀ ਪੰਜਾਬੀ ਜਿਹੜੀ USA ਦੇ ਉੱਤੇ ਪ੍ਰੋਗਰਾਮ ਚੱਲਦਾ ਰਹੇਗਾ, ਅਪਡੇਟ ਅਮਰੀਕਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਆਪਾਂ ਜੇ ਵੱਧਦੇ ਜਾਈਏ ਤਾਂ ਆਈ ਥਿੰਕ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਹੋਈ ਸੀ, ਪਰ ਕਿਉਂਕਿ NRIਆਂ ਦੇ ਨਾਲ ਮਸਲਾ ਵੀ ਹੈ ਜਿਹੜਾ ਉਹ ਜੁੜਿਆ ਹੋਇਆ ਹੈ। ਕੈਨੇਡਾ ਦਾ ਮੁੰਡਾ ਜਿਹੜਾ 24 ਸਾਲਾਂ ਦਾ ਪ੍ਰਦੀਪ ਸਿੰਘ ਗਿਆ ਉੱਥੇ ਹੋਲੇ ਮਹੱਲੇ ਦੇ ਉੱਤੇ ਅਨੰਦਪੁਰ ਸਾਹਿਬ, ਤੇ ਉੱਥੇ ਜਿਹੜੇ ਆ ਨੇ ਕੁਛ ਖਰੂਦੀ ਗਾਣੇ ਜਿਹੜੇ ਲਾਏ ਸੀ ਉਹਨਾਂ ਨੂੰ ਇਸਨੇ ਵਰਜਿਆ ਵੀ ਭਾਈ ਨਾ ਲਾ। ਪਰ ਉਸ ਦੇ ਵਿੱਚ ਉਸ ਦੀ ਕੁੱਟਮਾਰ ਇੰਨੀ ਕੁ ਕੀਤੀ ਵੀ ਮੁੰਡਾ ਜਿਹੜਾ ਆ ਉਸ ਦੀ ਮੌਤ ਹੋ ਗਈ ਆ। ਹੁਣ ਦੇਖੋ ਵੀ ਕੀ ਜਿਹੜਾ ਉੱਥੇ ਬੇੜਾ ਗਰਕ ਇਸ ਟਾਈਮ ਇਸ ਹਿਸਾਬ ਦੇ ਨਾਲ ਹੋਇਆ ਪਿਆ ਆ। ਧਾਰਮਿਕ ਸਮਾਗਮਾਂ ਦੇ ਉੱਤੇ ਜਿਹੜੀ ਹੁੱਲੜਬਾਜੀ ਉਹਨਾਂ ਨੂੰ ਮੱਤ ਦੇਣ ਗਏ ਬੰਦਾ ਵੀ ਉਹ ਇੰਨੀ ਗੱਲ ਵੀ ਜਿਹੜੀ ਉਹ ਨਹੀਂ ਜਰ ਸਕੇ ਹੈਗੇ। ਪਹਿਲੀ ਵਾਰੀ ਗਿਆ ਸੀਗਾ ਕੈਨੇਡਾ ਤੋਂ, ਜਿਹੜੀ ਜਾਣਕਾਰੀ ਮਿਲੀ ਆ ਵੀ ਆਪਣੇ ਟੱਬਰ ਨੂੰ ਮਿਲਣ ਗਿਆ ਸੀਗਾ ਇੱਥੇ ਪੱਕਾ ਹੋਣ ਤੋਂ ਬਾਅਦ ਦੇ ਵਿੱਚ। ਤੇ ਜਿਹੜੇ ਹਮਲਾਵਰ ਆ ਉਹਨਾਂ ਨੇ ਕੋਈ ਉਸ ਦੇ ਨਾਲ ਕੋਈ ਜਾਣ ਪਛਾਣ ਨਹੀਂ ਸੀ, ਨਾ ਹੀ ਕੋਈ ਉਸ ਦੀ ਰੰਜਿਸ਼ ਸੀਗੀ। ਉਹਨੇ ਸਰਸਰੀ ਤੌਰ ਦੇ ਉੱਤੇ ਗਾਣੇ ਬੰਦ ਕਰਨ ਨੂੰ ਰੋਕਣ ਨੂੰ ਜਿਹੜਾ ਉਹ ਕਿਹਾ, ਤੇ ਪਰ ਅੱਗੋਂ ਜਿਹੜੇ ਆ ਉਹ ਇਦਾਂ ਦੇ ਹੋਏ। ਤੇ ਸਭ ਤੋਂ ਜਿਹੜੀ ਹਰਜੋਤ ਸਿੰਘ ਜੀ ਮਾੜੀ ਗੱਲ ਉੱਥੇ ਇਹ ਸੀਗੀ ਵੀ ਲੋਕ ਵੀਡੀਓ ਬਣਾ ਰਹੇ ਸੀ, ਕਿਸੇ ਨੇ ਵੀ ਇਸ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਏ। ਨਾ ਕਿਸੇ ਨੇ ਉਸ ਨੂੰ ਜਦੋਂ ਕੁੱਟਮਾਰ ਤੇ ਇੱਕ ਪਾਸੇ ਇੰਨੇ ਸੀਗੇ, ਇਕੱਲਾ ਸੀਗਾ, ਤੇ ਉਹ ਉਦੋਂ ਰੋਕਿਆ। ਤੇ ਜੇ ਹਥਿਆਰ ਵਰਤ ਲੈਂਦੇ ਤੇ ਫਿਰ ਉਹਨਾਂ ਨੇ ਫਿਰ ਕਹਿਣਾ ਸੀਗਾ ਵੀ ਇਹਨੇ ਇੱਦਾਂ ਜਿਹੜਾ ਉਹ ਕਿਉਂ ਜਿਹੜਾ ਉਹ ਕਰ ਦਿੱਤਾ। ਹਾਲਾਤ ਜੇ ਤੁਸੀਂ ਦੇਖੋ ਵੀ ਕਿੱਦਾਂ ਦੇ ਉੱਥੇ ਬਣੇ ਪਏ ਆ। ਲੋਕਾਂ ਦੇ ਵਿੱਚ ਇੱਦਾਂ ਲੱਗਦਾ ਵੀ ਜਿੱਦਾਂ ਇਨਸਾਨੀਅਤ ਵਗੈਰਾ ਜਿਹੜੀ ਆ ਉਹ ਡੈਡ ਹੋਈ ਪਈ ਹੈਗੀ ਆ। ਸੋ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਉੱਥੇ ਹੋਈ ਆ। ਤੇ ਪਤਾ ਨਹੀਂ ਕਦੋਂ ਉੱਥੇ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਮੱਤ ਆਊਗੀ। ਫੁਕਰਾਪਣਾ ਬਹੁਤ ਆ, ਤੁਸੀਂ ਦੇਖ ਰਹੇ ਆ। ਬਹੁਤ ਵਾਰ ਆਪਾਂ ਦੇਖਦੇ ਆ, ਸਾਨੂੰ ਰੇਡੀਓ ਤੇ ਬਹੁਤ ਵੱਖ-ਵੱਖ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਅਸੀਂ ਜੀ ਉੱਥੇ ਆਹ ਕਰਦੇ ਆ, ਸਾਡੀ ਫੰਡ ਰੇਜ਼ਿੰਗ ਦੀ ਗੱਲਬਾਤ ਕਰੋ। ਹੁਣ ਤੁਸੀਂ ਇਦਾਂ ਦੇ ਫੁਕਰਿਆਂ ਲਈ ਕੰਮ ਕਰਨਾ। ਤੁਸੀਂ ਦੇਖ ਲਓ ਵੀ ਜਿੰਨੀਆਂ ਵੀਡੀਓਜ਼ ਆ ਰਹੀਆਂ, ਅਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਜਾ ਰਹੇ ਆ ਤੇ ਗਾਣੇ ਉੱਥੇ ਕਿੱਦਾਂ ਦੇ ਗੰਦ ਲਾਇਆ ਹੋਆ, ਹਨਾ, ਸ਼ਰਾਬਾਂ ਪੀਂਦੇ ਆ ਵਿੱਚ ਜਾ ਰਹੇ। ਸੋ ਇਦਾਂ ਦੇ ਜਿੰਨੇ ਸਾਡੇ NRI ਆ ਬਾਹਰ ਬਸਦੇ ਆ, ਸੋਚ ਕੇ ਦਿਆ ਕਰੋ। ਜੇ ਕਿਸੇ ਨੂੰ ਪੈਸੇ ਵੀ ਦੇਣੇ, ਸਪੋਰਟ ਕਰਨੀ ਆ, ਕਿਉਂਕਿ ਮੈਂ ਪਿਛਲੇ 30-32 ਸਾਲਾਂ ਦੇ ਦੌਰਾਨ ਇਹ ਕੁਛ ਦੇਖਿਆ। ਹਰ ਇੱਕ ਜਿਹੜਾ ਬੰਦਾ ਆ, ਜਿਹੜਾ ਪੰਜਾਬ ਤੋਂ ਬਾਹਰ ਆਇਆ ਬਸਿਆ, ਹਮੇਸ਼ਾ ਹੀ ਉਹਦੇ ਦਿਲ ਦੇ ਵਿੱਚ ਦਰਦ ਰਹਿੰਦਾ ਆ ਆਪਣੇ ਗੁਰੂ ਅਸਥਾਨਾਂ ਦੇ ਲਈ, ਆਪਣੀ ਕੌਮ ਦੇ ਲਈ, ਪੰਜਾਬ ਦੇ ਲਈ। ਪਰ ਜਦੋਂ ਵੀ ਕੋਈ ਮਾੜੀ ਜਿਹੀ ਗੱਲ ਹੁੰਦੀ, ਸਭ ਤੋਂ ਜ਼ਿਆਦਾ ਬਦਨਾਮੀ NRIਆਂ ਦੀ ਕਰਦੇ ਆ ਉੱਥੇ, ਚਾਹੇ ਜਿਹੜੇ ਪ੍ਰਚਾਰਕ ਵੀ ਹੋਣ, ਇੱਥੋਂ ਪੈਸੇ ਵੀ ਇਕੱਠੇ ਕਰਕੇ ਲੈ ਜਾਣ, ਮੁੜ ਕੇ ਬਦਨਾਮੀ ਫਿਰ NRIਆਂ ਦੀ ਕਰਦੇ ਆ। ਸੋ ਭਾਈ ਹੁਣ ਇਹ ਸੋਚ ਲਓ ਤੁਸੀਂ ਇੱਕ ਵਾਰੀ, ਜੇ ਤੁਸੀਂ ਜਾ ਕੇ ਹੁਣ ਕੈਨੇਡਾ ਦਾ ਸਿਟੀਜ਼ਨ ਮੁੰਡਾ ਉੱਥੇ ਗਿਆ, ਉਹਨੇ ਸਿਰਫ ਇੰਨਾ ਹੀ ਕਿਹਾ ਵੀ ਭਾਈ ਤੁਸੀਂ ਆ ਗੰਦੇ ਗਾਣੇ ਕਾਹਤੇ ਲਾ ਰਹੇ ਆ, ਹੋਲੇ ਮਹੱਲੇ ਤੇ ਆਏ ਹੋ, ਤੇ ਉਹਨੂੰ ਕੁੱਟ-ਕੁੱਟ ਕੇ ਉੱਥੇ ਜਿਹੜਾ ਮਾਰ ਦਿੱਤਾ ਹੈਗਾ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉੱਥੇ ਉਹ ਬਸ ਗਾਲਾਂ ਕੱਢ ਰਿਹਾ, ਰੌਲਾ ਪਾ ਰਿਹਾ, ਕੁਛ ਛਡਾਉਣ ਲਈ ਅੱਗੇ ਨਹੀਂ ਆ ਰਿਹਾ। ਤੇ ਆਮ ਹੁਣ ਕੀ ਸੇਫਟੀ ਹੈਗੀ ਆ ਤੁਹਾਡੀ, ਜਿਹੜਾ ਇੱਥੋਂ ਉੱਥੇ ਜਾਂਦਾ ਆ, ਸੋਚ ਕੇ ਹੀ ਜਾਣਾ ਚਾਹੀਦਾ ਹੈਗਾ, ਖਾਸ ਕਰਕੇ ਜਦੋਂ ਇੰਨਾ ਰਸ਼ ਵੀ ਆ ਤੇ ਜਿਹੜੇ ਬਹੁਤ ਮਾੜੀ ਗੱਲ ਦੇਖੋ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਆਵਾਜ਼ਾਂ ਮਾਰਦੀ ਆ, ਅੰਦਰ ਲੋਕਾਂ ਦੇ ਜਜ਼ਬਾ ਜਾਗਦਾ ਆ, ਆਉਂਦੇ ਆ ਜਾਂਦੇ ਆ। ਪਰ ਕੀ ਜਿਹੜਾ ਉੱਥੇ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਜਿਹੜਾ ਉਹ ਬੇੜਾ ਗਰਕ ਉਹ ਹੋ ਚੁੱਕਾ ਆ, ਇਹ ਇੱਕ ਬਹੁਤ ਵੱਡਾ ਜਿਹੜਾ ਉੱਥੇ ਮਸਲਾ ਇਸ ਟਾਈਮ ਬਣਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਇਸ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ, ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ, ਤੁਹਾਡੇ ਵੀ ਵਿਚਾਰ ਜਿਹੜੇ ਉਹ ਆਪਾਂ ਲਵਾਂਗੇ। ਸੋ ਹੋਰ ਪਤਾ ਨਹੀਂ ਕਿੰਨੇ NRIਆਂ ਦੇ ਨਾਲ ਕਿੰਨਾ ਕੁਛ ਜਿਹੜਾ ਉਹ ਹੁੰਦਾ ਰਹਿੰਦਾ ਆ। ਧਿਆਨ ਜਿਹੜਾ ਉਹ ਭਾਈ ਰੱਖਣਾ ਜਿਹੜਾ ਉਹ ਚਾਹੀਦਾ ਆ। ਹੁਣ ਤਾਂ ਇਹ ਹਿਸਾਬ ਹੋਇਆ ਪਿਆ ਵੀ ਚੁੱਪ ਚਪੀਤੇ ਆਓ, ਚੁੱਪ ਚਪੀਤੇ ਜਿਹੜੇ ਉਹ ਚਲੇ ਜਾਓ, ਵੀ ਭਾਈ ਉੱਥੇ ਪਤਾ ਨਾ ਲੱਗੇ ਵੀ ਕਿੱਦਾਂ ਆ। ਪਰ ਫਿਰ ਉਹ ਜਾਣ ਦਾ ਵੀ ਸਵਾਦ ਨਹੀਂ ਆਉਂਦਾ। ਕਿਸੇ ਨੇ ਜਾਣਾ ਆ, ਕੀ ਕਰਨਾ ਵੀ ਤੁਹਾਨੂੰ ਪਤਾ ਲੱਗ ਕੇ ਵੀ ਬਾਹਰਲਾ NRI ਦੇਖ ਕੇ ਕੋਈ ਤੁਹਾਨੂੰ ਉੱਦਾਂ ਨਾ ਠੱਗ ਲੇ, ਕੋਈ ਤੁਹਾਨੂੰ ਉੱਦਾਂ ਨਾ ਕਿਸੇ ਚੀਜ਼ 'ਚ ਫਸਾ ਲੇ, ਤੇ ਜੇ ਕਿਸੇ ਨੂੰ ਕੁਛ ਕਹਿਤਾ ਤੇ ਉਹ ਇੱਦਾਂ ਜਿਹੜਾ ਉਹ ਨਾ ਹੋ ਜਾਵੇ। ਸੇਮ ਸਥਿਤੀ ਜਿਹੜੀ ਹਰਜੋਤ ਸਿੰਘ ਜੀ, ਇੱਕ ਹੋਰ ਵੀਡੀਓ ਆਈ ਸੀ, 2 ਭਰਾ ਸੀਗੇ ਪੈਟਰੋਲ ਪੰਪ ਦੇ ਉੱਤੇ, ਉਹ ਆਪਣੀਆਂ ਗੱਲਾਂ ਕਰ ਰਹੇ ਆ, ਕੋਈ ਆਇਆ ਗਾਲ ਕੱਢੀ ਉਹਨਾਂ ਨੂੰ, ਇਹਨਾਂ ਨੇ ਕਿਹਾ ਵੀ ਭਾਈ ਤੇਰੇ ਨਾਲ ਸਾਡੀ ਕੋਈ ਗੱਲਬਾਤ ਨਹੀਂ, ਤੇ ਉਹਨੂੰ ਬਾਅਦ ਦੇ ਵਿੱਚ ਕੁੱਟ ਕੇ ਉਹਦੀਆਂ ਉਂਗਲਾਂ ਵੱਢਤੀਆਂ NRI ਦੇ ਮੁੰਡਿਆਂ ਦੀਆਂ। ਸੋ ਉਹ ਤੇ ਹਫ਼ਤੇ ਤੋਂ ਵੱਧ, ਮਹੀਨਾ ਹੀ ਤਕਰੀਬਨ ਕਹਿੰਦੇ ਉਹ ਚੱਲਾ ਸੀਗਾ, ਪਰਚਾ ਫੇਰ ਨਹੀਂ ਦਰਜ ਹੋਇਆ ਉਹ ਜਿਨ੍ਹਾਂ ਨੇ ਜਿਹੜਾ ਉਹ ਕੀਤਾ। ਸੋ ਹੋ ਕੀ ਜਿਹੜਾ ਉੱਥੇ ਰਿਹਾ ਆ। ਤੇ ਜਦੋਂ ਕੋਵਿਡ ਦਾ ਸੀਗਾ ਉਦੋਂ ਕਿੱਦਾਂ ਅਨਾਊਂਸਮੈਂਟਾਂ ਕਰਾਉਂਦੇ ਸੀਗੇ
ਵੀ ਉਹ ਬਾਹਰਲੇ ਆ ਗਏ ਆ, ਘਰੋਂ ਬਾਹਰ ਨਿਕਲ ਗਏ ਆ ਜੀ, ਕੀ ਆ, ਤੇ ਪੈਸੇ ਵੀ ਇੱਧਰੋਂ ਜਾਣ ਉੱਥੇ ਨੂੰ, ਤੇ ਉੱਥੇ ਦਾ ਸਵਾਰੋ ਵੀ, ਤੇ ਬਾਅਦ ਦੇ ਵਿੱਚ ਸੁਣੋ ਵੀ ਇਦਾਂ ਦਾ, ਤੇ ਬਾਅਦ ਚ ਹੋਵੇ ਵੀ ਕਿਸੇ ਨਾਲ ਇਦਾਂ। ਸੋ ਬੰਦੇ ਨੂੰ ਦੇਖਣਾ ਤਾਂ ਜਿਹੜਾ ਉਹ ਚਾਹੀਦਾ ਆ। ਇਹ ਜਾਣ ਕੇ ਇਦਾਂ ਦੀਆਂ ਕਰਤੂਤਾਂ ਕਰਕੇ ਲੋਕਾਂ ਦਾ ਮੋਹ ਭੰਗ ਕਰ ਰਹੇ ਆ, ਉੱਥਾਂ ਦੇ ਨਾਲ ਕੀ ਉਹ ਕਰਨਾ ਚਾਹੁੰਦੇ ਆ, ਪਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ। ਨਿਆਣਿਆਂ ਨੂੰ ਜਦੋਂ ਪਤਾ ਲੱਗਦਾ ਉਹ ਕਹਿੰਦੇ ਵੀ ਅਸੀਂ ਕੀ ਕਰਨ ਜਾਣਾ ਭਾਈ ਉੱਥੇ, ਉਹ ਫਿਰ ਇੱਧਰ ਨੂੰ ਮੂੰਹ ਨਹੀਂ ਕਰਦੇ। ਸੋ ਇਹ ਸਥਿਤੀ ਗਾਂ ਤੋਂ ਗਾਂ, ਵੱਧ ਤੋਂ ਬੱਤਰ ਜਿਹੜੀ ਉਹ ਬਣਦੀ ਜਾਂਦੀ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜੇ ਕੁਛ ਗੱਲਾਂ ਕਰ ਲਈਏ ਇੰਸ਼ੋਰੈਂਸ ਨੂੰ ਲੈ ਕੇ, ਕਿਉਂਕਿ ਆਪਾਂ ਇੰਸ਼ੋਰੈਂਸ ਨੂੰ ਲੈ ਕੇ ਹਰ ਟਿਊਜ਼ਡੇ ਨੂੰ ਜਿਹੜੀ ਗੱਲਬਾਤ ਆ ਉਹ ਕਰਦੇ ਆ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਜਾਣਕਾਰੀਆਂ, ਐਜੂਕੇਸ਼ਨ ਆਪਾਂ ਨੂੰ ਜਿਹੜੀ ਉਹ ਦਿੰਦੇ ਆ। ਤੇ ਹਰਜੋਤ ਸਿੰਘ ਜੀ, ਅੱਜ ਆਪਾਂ ਕਿਹੜੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਜੀ, ਕਰਨ ਅੱਜ ਜਾ ਰਹੇ ਆਪਾਂ ਹੈਲਥ ਇੰਸ਼ੋਰੈਂਸ ਨਾਲ ਰਿਲੇਟਡ ਹੀ ਗੱਲਬਾਤ ਕਰਾਂਗੇ, ਕਿਉਂਕਿ ਉਹ ਟਾਈਮ ਚੱਲ ਰਿਹਾ ਹੈਗਾ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਆ, ਤੇ ਆਪਾਂ 1992 ਤੋਂ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਸੈਨੋਜ਼ੇ 'ਚ ਇੱਕ ਸਾਡਾ ਆਫਿਸ ਹੈ, ਇੱਕ ਫ੍ਰਿਜ਼ਨੋ 'ਚ ਆ। ਆਲਦੋ ਅੱਜ ਕੱਲ੍ਹ ਮੈਜੋਰਟੀ 'ਚ ਫੋਨ ਦੇ ਉੱਤੇ, ਈਮੇਲ ਰਾਹੀਂ, ਵਟਸਐਪ, ਫੈਕਸ ਰਾਹੀਂ ਕੰਮ ਹੁੰਦਾ ਹੈ, ਸੋ ਸਮਾਂ ਬਚ ਜਾਂਦਾ ਹੈਗਾ। ਸੋ ਅੱਜ ਜੇ ਮੈਂ ਹੈਲਥ ਇੰਸ਼ੋਰੈਂਸ ਨਾਲ ਰਿਲੇਟਡ ਗੱਲਬਾਤ ਇਸ ਕਰਕੇ ਕਰਨੀ ਹੈ ਕਿਉਂਕਿ ਲੇ ਆਫ ਬਹੁਤ ਜ਼ਿਆਦਾ ਹੋ ਰਹੀ ਹੈ। ਆਪਾਂ ਨੂੰ ਪਿਛਲੇ ਹਫ਼ਤਿਆਂ 'ਚ ਕਾਫੀ ਕਾਲਸ ਆਈਆਂ। ਜਦੋਂ ਅਸੀਂ ਲੇ ਆਫ ਹੋ ਜਾਂਦੇ ਆ ਤੇ ਫਿਰ ਤੁਹਾਡੀ ਵਿਦਿਨ 30 ਡੇਜ਼ ਹੈਲਥ ਇੰਸ਼ੋਰੈਂਸ ਕੈਂਸਲ ਹੋ ਜਾਂਦੀ ਆ। ਸੋ ਤੁਸੀਂ ਕਵਰਡ ਕੈਲੀਫੋਰਨੀਆ, ਵਾਮਾ ਕੇਅਰ ਕਰਵਾ ਸਕਦੇ ਹੋ, ਕਿਉਂਕਿ ਤੁਹਾਨੂੰ ਅਨਪਲਾਇਮੈਂਟ ਮਿਲਣੀ ਆ। ਤੇ ਨਹੀਂ ਤਾਂ ਜੇ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲੈਂਦੇ ਆ, ਕਈ ਵਾਰੀ ਬਹੁਤ ਮਹਿੰਗੀ ਹੁੰਦੀ ਹੈਗੀ ਆ। ਸੋ ਇੱਕ ਹੋਰ ਇਸ਼ੂ ਬਹੁਤ ਵੱਡਾ ਆਉਂਦਾ ਆ, ਉਹ ਕਾਸਟ ਆਫ ਸ਼ੇਅਰ ਇੰਸ਼ੋਰੈਂਸ ਦਾ। ਕੀ ਹੁੰਦਾ ਵੀ ਜਦੋਂ ਨਵੇਂ ਪਰਿਵਾਰ ਆ ਜਾਂਦੇ ਆ ਤੇ ਕੰਮ ਨਹੀਂ ਹੁੰਦਾ, ਪਹਿਲਾਂ ਨਵੇਂ ਜਦੋਂ ਆਏ ਆ ਤੇ ਸਿੱਧੇ ਜਾ ਕੇ ਤੁਸੀਂ ਮੈਡੀਕਲ ਅਪਲਾਈ ਕਰਦੇ ਆ, ਤੁਹਾਨੂੰ ਉਹ ਫ੍ਰੀ ਵਾਲਾ ਕਾਉਂਟੀ ਵਾਲਾ ਮੈਡੀਕਲ ਤਾਂ ਦੇ ਦਿੰਦੇ, ਬਟ ਉਹਦੇ 'ਚ ਕਾਸਟ ਆਫ ਸ਼ੇਅਰ ਪਾ ਦਿੰਦੇ ਆ ਵੀ ਜੇ ਤੁਹਾਡਾ ਬਿੱਲ ਜਿੱਦਾਂ $100 ਆ ਤਾਂ ਤੁਹਾਨੂੰ 20% ਦੇਣਾ ਪੈਣਾ, 80% ਕਾਉਂਟੀ ਵਾਲੇ ਦੇਊਗੇ। ਸੋ ਕਈ ਵਾਰੀ ਇਦਾਂ ਦੀਆਂ ਸਿਚੁਏਸ਼ਨ ਆਈਆਂ ਜਿਸ 'ਚ ਪਰਿਵਾਰਾਂ ਨੂੰ ਕਈ $1000 ਦੇਣਾ ਪਿਆ, ਉਹ ਬੰਦੇ ਜੀ। ਸਿੱਖ ਹੋ ਗਏ। ਸੋ ਸਾਨੂੰ ਕਰਨਾ ਕੀ ਚਾਹੀਦਾ ਹੈ? ਸੋ ਇਹ ਨਾ ਸੋਚੋ ਵੀ ਜੇ ਸਾਨੂੰ ਫ੍ਰੀ ਵਾਲੀ ਇੰਸ਼ੋਰੈਂਸ ਮਿਲ ਗਈ ਤਾਂ ਹੁਣ ਟਿਕੇ ਰਹੋ, ਫ੍ਰੀ ਵਾਲੇ ਲੈਂਦੇ ਰਹੋ। ਜਦੋਂ ਤੁਸੀਂ ਕੰਮ ਤੇ ਲੱਗ ਜਾਂਦੇ, ਇਨਕਮ ਵੱਧ ਜਾਂਦੀ ਆ ਤੇ ਇਨਕਮ ਅਪਡੇਟ ਕਰ ਦਿਓ। ਜਦੋਂ ਤੁਸੀਂ ਇਨਕਮ ਅਪਡੇਟ ਕਰ ਸਕਦੇ, ਫਿਰ ਤੁਸੀਂ ਕਵਰਡ ਕੈਲੀਫੋਰਨੀਆ, ਵਾਮਾ ਕੇਅਰ ਕੈਲੀਫੋਰਨੀਆ 'ਚ ਲੈ ਸਕਦੇ ਆ। ਤੇ ਉਹ ਕੋਈ ਬਾਹਲੀ ਮਹਿੰਗੀ ਨਹੀਂ ਹੁੰਦੀ, ਇਨਕਮ ਤੇ ਡਿਪੈਂਡ ਕਰਦਾ, ਫੈਮਿਲੀ ਸਾਈਜ਼ ਤੇ ਡਿਪੈਂਡ ਕਰਦਾ, ਪਰ ਤੁਹਾਨੂੰ ਕਵਰੇਜ ਜਿਹੜੀ ਆ ਉਹ ਸਹੀ ਮਿਲ ਜਾਂਦੀ ਆ। ਸੋ ਇਸੇ ਤਰ੍ਹਾਂ ਮੈਡੀਕੇਅਰ ਦਾ ਮੈਂ ਦੱਸਣਾ ਚਾਹੁੰਦਾ। ਮੈਡੀਕੇਅਰ ਤੁਸੀਂ ਅਮਰੀਕਾ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਬਹੁਤ ਹੀ ਕੰਪਲੀਕੇਟਡ ਮੈਟਰ ਆ, ਵਿੱਚ ਪਾਰਟ ਏ, ਪਾਰਟ ਬੀ, ਪਾਰਟ ਸੀ, ਪਾਰਟ ਡੀ, ਸਪਲੀਮੈਂਟਲ ਇੰਸ਼ੋਰੈਂਸ, ਕਿਹੜੀ ਦਵਾਈ ਕਵਰ ਹੋਣੀ, ਕਿਹੜੀ ਨਹੀਂ ਹੋਣੀ, ਕਿਹੜੀ ਕਾਉਂਟੀ 'ਚ ਕੀ ਕਵਰ ਆ। ਸੋ ਉਹਦੇ ਲਈ ਤੁਸੀਂ ਕਿਤੇ ਵੀ ਰਹਿੰਦੇ ਆ ਪੂਰੇ USA ਦੇ ਵਿੱਚ ਤੇ ਸਾਡੇ ਆਫਿਸ ਕਾਲ ਕਰ ਸਕਦੇ ਆ। ਬੜੇ ਹੀ ਪ੍ਰੋਫੈਸ਼ਨਲ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਆ ਸਾਡੇ ਆਫਿਸ 'ਚ, ਤੇ ਤੁਹਾਨੂੰ ਜਿਹੜੀ ਆ ਉਹ ਸਹੀ ਸਲਾਹ ਆਪਾਂ ਦੇਵਾਂਗੇ ਵੀ ਆਹ ਜਿਹੜਾ ਆ ਤੁਹਾਡੇ ਲਈ ਪਲਾਨ ਬੈਟਰ ਰਹੂਗੀ। ਬਹੁਤ ਵਾਰ ਕਈਆਂ ਦੀ ਫ੍ਰੀ ਵਾਲੀ ਵੀ ਹੁੰਦੀ, ਉਹਨਾਂ ਨੂੰ ਵੀ ਆਪਾਂ ਸਹੀ ਸਲਾਹ ਜਿਹੜੀ ਆ ਦੇਈਦੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਇੱਥੇ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਇਨਕਮ ਚੇਂਜ ਹੋ ਜਾਂਦੀ ਆ, ਵੀ ਬੰਦਾ ਅਜੇ ਚੇਂਜ ਅਪਡੇਟ ਨਹੀਂ ਕਰਾਉਂਦਾ, ਰੱਬ ਨਾ ਕਰੇ ਕੋਈ ਕਿਸੇ ਨੂੰ ਪ੍ਰੋਬਲਮ ਜਿਹੜੀ ਉਹ ਆ ਗਈ ਆ, ਉਹਨੇ ਉਹ ਬੈਨੀਫਿਟ ਵੀ ਜਿਹੜਾ ਉਹ ਬਾਅਦ ਦੇ ਵਿੱਚ ਲੈ ਲਿਆ, ਪਰ ਜਦੋਂ ਅਪਡੇਟ ਹੁੰਦੀ ਆ ਫਿਰ ਪਤਾ ਲੱਗਦਾ ਵੀ ਇਹ ਐਲੀਜੀਬਲ ਨਹੀਂ ਸੀਗਾ। ਕੀ ਉਦੋਂ ਫਿਰ ਉਹਦੀ ਕਵਰੇਜ ਦੇ ਵਿੱਚ ਵੀ ਇਦਾਂ ਚੱਕਰ ਵੀ ਪੈ ਸਕਦਾ ਆ ਵੀ ਉਹ ਮੈਡੀਕਲ ਵਾਲੇ ਮਨਾ ਕਰ ਦੇਣ ਵੀ ਭਾਈ ਤੁਸੀਂ ਤਾਂ ਐਲੀਜੀਬਲ ਨਹੀਂ ਸੀਗੇ? ਤੇ ਨਹੀਂ, ਇਦਾਂ ਦਾ ਹਜੇ ਨਹੀਂ ਹੈਗਾ, ਪਰ ਦੇਖੋ ਆਫੀਸ਼ੀਅਲ ਰੂਲ ਇਹ ਆ ਵੀ ਜਦੋਂ ਵੀ ਤੁਸੀਂ ਕਾਉਂਟੀ ਵਾਲਾ ਫ੍ਰੀ ਮੈਡੀਕਲ ਲੈਂਦੇ ਆ, ਉਹ ਐਪਲੀਕੇਸ਼ਨ 'ਚ ਲਿਖਿਆ ਵੀ ਜਦੋਂ ਵੀ ਤੁਹਾਡੀ ਇਨਕਮ ਚੇਂਜ ਹੁੰਦੀ ਆ, ਫੈਮਿਲੀ ਦਾ, ਲੋਕੇਸ਼ਨ ਦਾ, ਕੁਛ ਵੀ ਚੇਂਜ ਹੁੰਦਾ, ਤੁਸੀਂ ਅਪਡੇਟ ਕਰੋ। ਬਹੁਤ ਵਾਰ ਲੋਕ ਅਪਡੇਟ ਨਹੀਂ ਕਰਦੇ। ਪਿਛਲੇ 3 ਸਾਲ ਦੇ ਦੌਰਾਨ ਕੀ ਹੋਇਆ, ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਕਾਉਂਟੀ ਦੇ ਜਿਹੜੇ ਆਫਿਸਰ ਸੀ, ਗਵਰਨਮੈਂਟ ਦੇ ਆਫਿਸਰ, ਉਹ ਬੰਦ ਸੀ, ਘਰਾਂ ਤੋਂ ਕੰਮ ਕਰਦੇ ਸੀ, ਤੇ ਉਹਨਾਂ ਨੇ ਵੈਸੇ ਵੀ ਜਿਹੜੀ ਆ ਰੀਡਿਟਰਮੀਨੇਸ਼ਨ ਜਿੱਦਾਂ ਹਰ ਸਾਲ ਬਾਅਦ ਹੁੰਦੀ ਆ, ਉਹ ਬੰਦ ਕੀਤੀ ਹੋਈ ਸੀ। ਉਹ ਹੁਣ ਦੁਬਾਰਾ ਕੀ ਸ਼ੁਰੂ ਕਰ ਰਹੇ ਹੈਗੇ ਆ ਵੀ ਤੁਹਾਡੇ ਘਰਾਂ 'ਚ ਚਿੱਠੀਆਂ ਆਉਣੀਆਂ, ਹਾਂ ਭਈ ਤੁਸੀਂ ਦੱਸੋ ਵੀ ਤੁਹਾਡਾ ਟੈਕਸ ਰਿਟਰਨ ਦੀ ਕਾਪੀ ਚਾਹੀਦੀ ਆ, ਬੈਂਕ ਦੀ ਸਟੇਟਮੈਂਟ ਚਾਹੀਦੀ ਆ, ਚਾਹੀਦਾ, ਤੇ ਉਹ ਫਿਰ ਕਰਨਾ ਪੈਣਾ। ਇਸ ਕਰਕੇ ਜਿਹੜਾ ਆ ਉਹ ਸਿਸਟਮ ਨੂੰ ਜਿਹੜਾ ਮਿਸਯੂਜ਼ ਬਹੁਤ ਸਾਰੇ ਲੋਕ ਕਰਦੇ ਸੀ। ਸੋ ਇੱਕ ਮੈਡੀਕਲ ਦਾ ਜ਼ਰੂਰ ਕੁਐਸਚਨ ਹੋਰ ਜਾਂਦੇ ਮੈਂ ਇੰਸ਼ੋਰੈਂਸ ਦੇ ਨਾਲ ਇਹ ਕਰਨਾ ਆ ਵੀ ਜੇ ਤੁਸੀਂ ਕਾਉਂਟੀ ਦਾ ਫ੍ਰੀ ਮੈਡੀਕਲ ਲੈਂਦੇ ਆ, ਓਵਰ 55 ਈਅਰ ਓਲਡ ਆ, ਤੁਹਾਡੇ ਨਾਂ ਦੇ ਉੱਤੇ ਪ੍ਰਾਪਰਟੀ ਆ, ਕਿਉਂਕਿ ਹਜੇ ਤਾਂ ਕੰਮ ਚੱਲੀ ਜਾਂਦਾ ਸੀ, ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਬਹੁਤ ਸਰਪਲਸ ਮਨੀ ਸੀ, ਹੁਣ ਉਹ ਨੈਗੇਟਿਵ ਚੱਲ ਗਿਆ। ਸੋ ਜਦੋਂ ਗਵਰਨਮੈਂਟ ਕੋਲ ਪੈਸਾ ਨਹੀਂ ਹੁੰਦਾ, ਫਿਰ ਉਹ ਸਾਰਾ ਕੁਝ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਉਹਦੇ ਮੁਤਾਬਕ ਇਹ ਆ, ਤੁਹਾਨੂੰ ਜਦੋਂ ਵੀ ਚਿੱਠੀ ਆਉਂਦੀ ਉਹ 'ਚ ਬੜਾ ਕਲੀਅਰਲੀ ਲਿਖਿਆ ਹੁੰਦਾ, ਤੇ ਸਾਡੇ ਸਾਰੇ ਬੰਦੇ ਉਹ ਇਗਨੋਰ ਕਰਦੇ ਆ। ਇਦਾਂ ਦੀਆਂ ਇੰਸੀਡੈਂਟਸ ਆਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਘਰ ਆ, ਹੁਣ ਉਹਦੇ ਉੱਤੇ ਸਟੇਟ ਨੇ ਲੀਨ ਪਾਤੀ ਆ।
ਸੋ ਜਦੋਂ ਤੁਸੀਂ 55 ਸਾਲ ਤੋਂ ਉੱਤੇ ਦੇ ਆ, ਮੈਡੀਕਲ ਲੈਂਦੇ ਆ, ਤੁਹਾਡੇ ਕੋਲ ਜਿਹੜੀ ਆ ਘਰ ਹੈਗਾ ਆ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ ਤੇ ਤੁਹਾਡੀ ਪ੍ਰਾਪਰਟੀ ਅਸਟੇਟ ਚਲ ਜਾਂਦੀ ਆ, ਤੇ ਉਸ ਅਸਟੇਟ ਦੇ ਵਿੱਚ ਫਿਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਆ ਉਹ ਕਲੇਮ ਕਰ ਸਕਦੀ ਆ ਤੁਹਾਡੀ ਅਸਟੇਟ ਦੇ ਅਗੇਂਸਟ ਜਿੰਨਾ ਵੀ ਮਨੀ ਉਹਨੇ ਮੈਡੀਕਲ ਬੈਨੀਫਿਟਸ ਦੇ ਉੱਤੇ ਸਪੈਂਡ ਕੀਤਾ। ਸੋ ਇਹ ਨਾ ਸੋਚੋ ਵੀ ਜਿਹੜਾ ਕਾਉਂਟੀ ਦਾ ਮੈਡੀਕਲ ਆ ਉਹ ਫ੍ਰੀ ਆ, ਕਾਉਂਟੀ ਨੂੰ ਕਿੰਨਾ ਕਾਸਟ ਕਰਦਾ ਹੈਗਾ, ਉਹ ਗਵਰਨਮੈਂਟ ਨੂੰ ਕਿੰਨਾ ਕਾਸਟ ਕਰਦਾ। ਸੋ ਇਹ ਜ਼ਰੂਰ ਧਿਆਨ ਰੱਖ ਲਿਆ ਕਰੋ। ਕਈ ਵਾਰੀ ਜਿਹੜੇ ਆ ਆਪਾਂ ਕੋਸ਼ਿਸ਼ ਕਰਦੇ ਨਾ ਕਿਸੇ ਤਰ੍ਹਾਂ ਸਾਨੂੰ ਜਿਹੜਾ ਮੈਡੀਕਲ ਮਿਲ ਜਾਏ, ਘਰ ਵੀ ਸਾਡਾ ਹੈਗਾ ਆ, ਤੇ ਬੈਂਕ 'ਚ ਬੜੇ ਧਿਆਨ ਨਾਲ ਘੱਟ ਪੈਸੇ ਰੱਖਦੇ ਤਾਂ ਕਿ ਆਡਿਟ ਨਾ ਹੋ, ਕੁਛ ਨਾ ਹੋ। ਸੋ ਇਹ ਜ਼ਰੂਰ ਧਿਆਨ ਰੱਖ ਲਿਆ ਕਰੋ, ਕਿਤੇ ਏਦਾਂ ਨਾ ਹੋਵੇ ਫਿਰ ਮੁੜ ਕੇ ਬਾਅਦ ਦੇ ਵਿੱਚ ਫਿਰ ਜਿਹੜੇ ਨਿਆਣੇ ਉਹ ਵੀ ਕਹਿਣ ਵੀ ਚੱਲ ਹੁਣ ਸਾਨੂੰ ਘਰ ਤਾਂ ਮਿਲ ਗਿਆ, ਪਰ ਇਹਦੇ ਤੇ ਤਾਂ ਇਕੁਇਟੀ ਕੁਛ ਨਹੀਂ, ਸਾਰੇ ਤਾਂ ਪੈਸੇ ਉਹਨੀ ਕਾਉਂਟੀ ਵਾਲਿਆਂ ਨੇ ਲੀਨ ਪਾਤੀ ਆ। ਸੋ ਇਹ ਜ਼ਰੂਰ ਪੇਪਰ ਵਰਕ ਜ਼ਰੂਰ ਪੜ੍ਹਿਆ ਕਰੋ। ਇਹ ਸਭ ਤੋਂ ਜਿਹੜੀ ਮਾੜੀ ਇੱਕ ਮੈਂ ਦੇਖਿਆ ਆ ਆਪਣੇ ਸਾਡੇ ਪੰਜਾਬੀਆਂ 'ਚ, ਈਵਨ ਆਪਾਂ 'ਚ ਵੀ ਇਹ ਆ ਵੀ ਆਪਾਂ ਚਿੱਠੀ ਜਿਹੜੀ ਕੋਈ ਵੀ ਲੈਟਰ ਆਉਂਦਾ ਜਾਂ ਈਮੇਲ ਆਉਂਦਾ ਉਹਨੂੰ ਧਿਆਨ ਨਾਲ ਨਹੀਂ ਪੜ੍ਹਦੇ, ਉਹਨੂੰ ਸਿੱਟ ਦਿੰਦੇ ਹੈਗੇ ਆ। ਸੋ ਕੋਈ ਵੀ ਲੈਟਰ ਆ ਜੇ ਨਹੀਂ ਵੀ ਸਮਝ ਆਉਂਦੀ ਕਿਸੇ ਨਾਲ ਦੇ ਨੂੰ ਪੁੱਛ ਲਓ, ਪਰ ਉਹਨੂੰ ਸਾਂਭ ਕੇ ਰੱਖੋ, ਉਹਨੂੰ ਧਿਆਨ ਦੇ ਨਾਲ ਪੜ੍ਹੋ, ਕਿਉਂਕਿ ਨਹੀਂ ਤਾਂ ਤੁਸੀਂ ਹਰਟ ਹੋਵੋਗੇ ਫਿਊਚਰ ਦੇ ਵਿੱਚ। ਜੀ ਜੀ ਬਿਲਕੁਲ। ਸੋ ਕਿਸੇ ਨੇ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ ਇਹਨਾਂ ਦਾ 408-272 2500 4082722500 ਦੇ ਉੱਤੇ ਜਿਹੜਾ ਆ ਉਹ ਤੁਸੀਂ ਜਿਹੜਾ ਇਹਨਾਂ ਦੇ ਨਾਲ ਗੱਲ ਕਰ ਸਕਦੇ ਆ। ਤੇ ਹਰਜੋਤ ਸਿੰਘ ਜੀ, ਕੀ ਰਾਈਟ ਨਾਓ ਫਿਰ ਕਿੰਨੀ ਤਰੀਕ ਤੱਕ ਜਿਹੜੀ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ 'ਚ ਉਹ ਕਵਰਡ ਕੈਲੀਫੋਰਨੀਆ ਦੇ ਤਹਿਤ ਲੈ ਸਕਦੇ ਨੇ? ਕਵਰਡ ਕੈਲੀਫੋਰਨੀਆ ਉਹ ਤਾਂ ਸਾਰਾ ਸਾਲ ਲੈ ਸਕਦੇ ਆ, ਐਜ਼ ਲੌਂਗ ਐਜ਼ ਤੁਹਾਡੀ ਕੋਈ ਚੇਂਜ ਆ, ਜਿੱਦਾਂ ਮੰਨ ਲਓ ਤੁਸੀਂ ਕਿਸੇ ਸਟੇਟ ਤੋਂ ਮੂਵ ਹੋਏ ਆ, ਹੋਰ ਕੰਟਰੀ ਤੋਂ ਮੂਵ ਹੋਏ ਆ, ਤੁਹਾਡੀ ਫੈਮਿਲੀ ਦੇ ਵਿੱਚ ਚੇਂਜਸ ਹੋਈ ਆ, ਕਿਸੇ ਤਰ੍ਹਾਂ ਦੀ ਕਿਸੇ ਦਾ ਵਾਧਾ ਹੋਇਆ ਆ, ਕੋਈ ਬੱਚਾ ਹੋਇਆ, ਕਿਸੇ ਦੀ ਡੈਥ ਹੋ ਗਈ ਆ, ਕੋਈ ਕੰਮ ਤੋਂ ਲੇ ਆਫ ਹੋਇਆ। ਸੋ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ, ਇਸ ਇੱਦਾਂ ਹੀ ਕੁਝ ਕੁ ਕਾਉਂਟੀਜ਼ ਦੇ ਵਿੱਚ ਜਿਹੜੀ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ, ਉਹ ਸਮਾਂ ਵੀ ਦਿੱਤਾ ਸੀ। ਸੋ ਬਹੁਤ ਲੋਕਾਂ ਨੇ ਤਾਂ ਕਰਵਾ ਲਈ ਆ, ਪਰ ਕਈ ਲੋਕ ਵੀ ਭੁਲੇਖੇ 'ਚ ਹੁੰਦੇ ਆ ਵੀ ਸ਼ਾਇਦ ਅਸੀਂ ਨਹੀਂ ਕਰਵਾ ਸਕਦੇ। ਤੁਸੀਂ ਕਾਲ ਕਰਕੇ ਜਿਹੜਾ ਇੱਕ ਵਾਰੀ ਚੈੱਕ ਜ਼ਰੂਰ ਕਰ ਸਕਦੇ ਆ, ਤੇ ਆਪਾਂ ਤੁਹਾਨੂੰ ਦੱਸ ਸਕਦੇ ਆ ਵੀ ਹਾਂ ਇਸ ਪ੍ਰੋਗਰਾਮ ਦੇ ਅੰਦਰ ਤੁਹਾਡੀ ਹੋ ਸਕਦੀ ਆ, ਨਹੀਂ ਹੋ ਸਕਦੀ, ਪਲਾਨ ਚੇਂਜ ਹੋ ਸਕਦੀ ਆ। ਇੱਕ ਜ਼ਰੂਰ ਆ 1095 ਜਿਹੜਾ ਫਾਰਮ ਆ ਜਦੋਂ ਤੁਸੀਂ ਟੈਕਸ ਭਰਨਾ ਆ, ਉਹਦੇ ਲਈ ਬਹੁਤ ਜ਼ਰੂਰੀ ਆ। ਉਹ ਤੁਸੀਂ ਕਿਉਂਕਿ ਮੇਲ ਤਾਂ ਸਾਰਿਆਂ ਨੂੰ ਕਰਤਾ ਆ ਉਹਨੀ ਜਨਵਰੀ 'ਚ, ਪਰ ਮੈਂ ਦੇਖਦਾ ਵੀ ਹਰ ਵਾਰੀ ਉਹ ਕਹਿੰਦੇ ਸਾਨੂੰ ਤਾਂ ਆਇਆ ਨਹੀਂ ਜੀ, ਮਿਸਪਲੇਸ ਹੋ ਗਿਆ। ਸੋ ਉਹ ਜੇ ਕਿਸੇ ਨੂੰ ਜ਼ਰੂਰਤ ਆ ਟੈਕਸ ਭਰਨ ਦੇ ਲਈ, ਤੇ ਉਹ ਜ਼ਰੂਰ ਤੁਸੀਂ ਕਾਲ ਕਰਕੇ ਸਾਡੇ ਆਫਿਸ ਤੋਂ ਲੈ ਸਕਦੇ ਹੋ। ਜੀ ਬਿਲਕੁਲ। 408-272-2500 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ, 4082722500 ਦੇ ਉੱਤੇ। ਜੀ, ਤੇ ਇਹਦੇ ਨਾਲ ਹੀ ਇੱਕ ਜਿੱਦਾਂ ਉਹ ਖਬਰ ਹੀ ਆਪਾਂ ਸਾਂਝੀ ਕਰਨੀ ਆ, IRS ਨੇ ਅੱਜ ਵਾਰਨਿੰਗ ਦਿੱਤੀ ਆ ਵੀ ਇੱਕ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਵੀ ਕਈ ਲੋਕ ਜਿਹੜੇ ਆ ਉਹ ਫੇਕ EMPLOYEES ਨੂੰ ਹਾਇਰ ਕਰਕੇ ਉਹਨਾਂ ਦੀ ਜ਼ਿਆਦਾ ਸੈਲਰੀ ਸ਼ੋ ਕਰਕੇ ਤੇ ਉਹ ਵਿਦ ਹੋਲਡਿੰਗ ਕਰੀ ਜਾਂਦੇ ਆ, ਬਾਅਦ 'ਚ ਵੀ ਅਸੀਂ ਕਲੇਮ ਕਰਾਂਗੇ। ਇਹ ਜਿਹੜਾ ਆ IRS ਦੇ ਕਮਿਸ਼ਨਰ ਡੌਗ ਓ'ਡੋਨਲ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਫਰਾਡ ਆ। ਜੇ ਕਿਸੇ ਤਰ੍ਹਾਂ ਫੜ ਹੋ ਗਏ ਤੇ ਉਹਨਾਂ ਦੇ ਅਗੇਂਸਟ ਜਿਹੜੀ ਆ ਕ੍ਰਿਮੀਨਲ ਚਾਰਜਸ ਲੱਗਣਗੇ। ਸੋ ਇਹ ਜਿਹੜੀਆਂ ਫਰਾਡਸ ਬਹੁਤ ਚੱਲਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਆਪਾਂ ਈਜ਼ੀ ਮਨੀ ਬਣਾਉਣਾ ਹੈਗਾ, ਤੇ ਜਿਹਦਾ ਫੈਲਨੀ ਚਾਰਜ ਲੱਗ ਗਿਆ ਤੇ ਫੇਰ ਮੁੜ ਕੇ ਜਿਹੜੀ ਆ ਤੁਹਾਡੀ ਇਮੀਗ੍ਰੇਸ਼ਨ ਦੀ ਵੀ ਪ੍ਰੋਬਲਮ ਹੋਊਗੀ। ਸੋ ਬਿਲਕੁਲ ਪ੍ਰੋਫੈਸ਼ਨਲ ਜਿਹੜਾ ਕੋਈ ਵੀ ਟੈਕਸ ਵਾਲਾ, ਉਹਦੇ ਨਾਲ ਗੱਲ ਕਰਕੇ ਸਹੀ ਜਿਹੜੀ ਆ ਸਲਾਹ ਕਰੋ। ਜੀ, ਇੱਕ ਸਵਾਲ ਆਇਆ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਨੈਨਦੀਪ ਤੇ ਮਨਦੀਪ ਜਿਹੜੇ ਉਹ ਜੁੜੇ ਨੇ, ਉਹਨਾਂ ਨੇ ਆਪਾਂ ਨੂੰ ਜਿਹੜਾ ਬੈਟਲ ਆਫ ਅੰਮ੍ਰਿਤਸਰ ਉਸ ਮੂਵੀ ਦੇ ਬਾਰੇ ਜਾਣਕਾਰੀਆਂ ਦੇਣੀਆਂ। ਮੈਡੀਕੇਅਰ ਦੇ ਲਈ ਪੁੱਛ ਰਹੇ ਨੇ ਸਵਾਲ ਵੀ ਕੀ ਸਿਟੀਜ਼ਨ ਹੋਣਾ ਜ਼ਰੂਰੀ ਹੈ? ਨਹੀਂ, ਮੈਡੀਕੇਅਰ ਲਈ ਸਿਟੀਜ਼ਨ ਹੋਣਾ ਜ਼ਰੂਰੀ ਨਹੀਂ ਹੈ। ਉਹ ਵੈਸੇ ਮੈਡੀਕੇਅਰ ਉਹਨੂੰ ਮਿਲਦਾ ਹੈ ਜਿਹਦੇ 40 ਕੁਆਟਰ ਕੰਮ ਕੀਤਾ ਹੈ। ਠੀਕ ਹੈ, 10 ਸਾਲ। ਠੀਕ ਹੈ ਜੀ, ਚਲੋ ਠੀਕ ਹੈ ਜੀ। ਤੇ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਨੈਨਦੀਪ ਸਿੰਘ ਤੇ ਮਨਦੀਪ ਸਿੰਘ। ਸੋ ਜਿਹੜੀ ਮੂਵੀ ਇਹਨਾਂ ਨੇ ਸਾਰਿਆਂ ਨੂੰ ਦਿਖਾਉਣੀ ਹੈ, ਬੈਟਲ ਆਫ ਅੰਮ੍ਰਿਤਸਰ ਦਸਤਾਵੇਜ਼ੀ ਮੂਵੀ, ਉਸ ਦੇ ਬਾਰੇ ਜਿਹੜੀ ਉਹ ਆਪਾਂ ਨੂੰ ਜਾਣਕਾਰੀ ਦੇਣਗੇ। ਨੈਨਦੀਪ ਸਿੰਘ, ਮਨਦੀਪ ਸਿੰਘ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਮਾਂ ਆਪਣੇ ਕੋਲ ਘੱਟ ਹੈ, ਤੁਸੀਂ ਸ਼ੇਅਰ ਕਰ ਦਿਓ ਇਨਫੋਰਮੇਸ਼ਨ ਜੀ।
ਰੀਅਲ ਮੂਵੀ ਦੇ ਇੱਕ ਵਾਰੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਾਂਝੀ ਕਰਨੀ ਮੰਗਦਾ। ਭਾਈ ਸਾਹਿਬ ਨੇ ਆ ਸਕੈਮ ਦੇ ਬਾਰੇ ਗੱਲ ਕੀਤੀ ਸੀ। ਇੱਕ ਹੋਰ ਵੀ ਚੱਲ ਰਿਹਾ ਆ ਸਕੈਮ, ਸਾਰਿਆਂ ਨੂੰ ਜ਼ਰੂਰੀ ਇਹ ਸੂਚਨਾ ਦੇਣੀ ਮੰਗਦਾ ਆ ਵੀ ਤੁਹਾਨੂੰ ਕਾਲਾਂ ਆਊਗੀਆਂ ਤੇ ਉਹ ਕੋਈ ਜਿਹੜਾ ਵੀ ਫੋਨ ਤੇ ਆ ਉਹ ਕਹੂਗਾ ਤੇ ਉਹ ਨਾਂ ਨਹੀਂ ਦੱਸੂ ਤੁਹਾਨੂੰ, ਪਰ ਉਹ ਕਹਿ ਦੂਗਾ ਤੁਹਾਡਾ ਰਿਸ਼ਤੇਦਾਰ ਆ, ਬਈ ਉਹ ਤੁਹਾਡਾ ਭਾਣਜਾ ਬੋਲਦਾ, ਤੁਸੀਂ ਪਛਾਣਿਆ ਨਹੀਂ, ਭਤੀਜਾ ਬੋਲਦਾ, ਮਾਮੇ ਦਾ ਪੁੱਤ ਆ ਜਾਂ ਏਦਾਂ ਕੁਛ ਨਾ। ਤੇ ਉਹਨੇ ਫਿਰ ਬਾਅਦ ਚੋਂ ਏਦਾਂ ਕਹਿਣਾ ਵੀ ਉਹ ਜੇਲ੍ਹ ਦੇ ਵਿੱਚ ਆ, ਉਹਨਾਂ ਨੂੰ ਬੇਲ ਚਾਹੀਦਾ ਆ। ਤੇ ਏਦਾਂ ਕਈ ਲੋਕ ਏਦਾਂ ਲਾਈਕ ਸਾਡੇ ਘਰ ਵੀ ਏਦਾਂ 5-6 ਕਾਲਾਂ ਵਾਲੀ ਆਈਆਂ ਆ। ਤੇ ਪਹਿਲੀ ਵਾਰੀ ਆਲਮੋਸਟ ਮੇਰੇ ਡੈਡ ਉਹਨਾਂ ਨੂੰ ਬਿਲੀਵ ਕਰ ਗਿਆ ਸੀਗਾ, ਪਰ ਉਹਨੂੰ ਅਸੀਂ ਫਿਰ ਜਿਹੜਾ ਪਰਿਵਾਰ ਆ ਉਹਨਾਂ ਨੂੰ ਐਕਚੁਅਲੀ ਫਿਰ ਕਾਲ ਕੀਤੀ ਸੀਗੀ ਤੇ ਫਿਰ ਏਦਾਂ ਪਤਾ ਲੱਗਾ ਸੀਗਾ। ਪਰ ਇਹ ਬਹੁਤ ਕਾਲਾਂ ਏਦਾਂ ਆ ਰਹੀਆਂ ਆ, ਸੋ ਸਾਰੇ ਜਣੇ ਬਚ ਕੇ ਰਿਓ ਵੀ ਕੋਈ ਵੀ ਕਿਸੇ ਨੂੰ ਆਪਣੀ ਇਨਫੋਰਮੇਸ਼ਨ ਏਦਾਂ ਫੋਨ ਤੇ ਜੇ ਤੁਸੀਂ ਨਹੀਂ ਉਹਨਾਂ ਨੂੰ ਜਾਣਦੇ ਉਹਨਾਂ ਨੂੰ ਦੱਸਿਆ ਨਾ ਕਰੋ ਵੀ ਕੌਣ ਆ, ਕੌਣ ਤੁਹਾਡੇ ਪਰਿਵਾਰ ਦੇ ਵਿੱਚ ਆ, ਜੇ ਤੁਹਾਨੂੰ ਨਹੀਂ ਪਤਾ ਹੈ ਨਾ। ਬਿਲਕੁਲ ਮਨਦੀਪ, ਆਪਾਂ ਆਪਣੇ ਸਰੋਤਿਆਂ ਨੂੰ ਪਹਿਲਾਂ ਵੀ ਦੱਸ ਰਹੇ ਹਾਂ ਤੇ ਥੈਂਕ ਯੂ, ਤੁਸੀਂ ਵੀ ਇਸ ਚੀਜ਼ ਨੂੰ ਜਿਹੜਾ ਉਹ ਸ਼ੇਅਰ ਕਰਤਾ। ਸੋ ਬਿਲਕੁਲ ਅੱਜ ਕੱਲ੍ਹ ਨਵੇਂ ਤੋਂ ਨਵਾਂ ਜਿਹੜਾ ਸਕੈਮ ਚੱਲ ਰਿਹਾ, ਸੋ ਸਾਰੇ ਜਾਣੇ ਬਚ ਕੇ ਚੱਲੋ ਜੀ। ਜੀ ਮਨਦੀਪ ਜੀ। ਤੇ ਹੁਣ ਦੱਸ ਦਿਓ ਫਰਾਈਡੇ ਸ਼ੁੱਕਰਵਾਰ ਨੂੰ ਮੋਡੈਸਟੋ ਦੇ ਵਿੱਚ ਸਟੇਟ ਥੀਏਟਰ ਮੋਡੈਸਟੋ ਉਹਦੇ ਉੱਤੇ ਆਪਾਂ ਫਿਲਮ ਸਕਰੀਨ ਕਰਨੀ ਆ ਬੈਟਲ ਆਫ ਅੰਮ੍ਰਿਤਸਰ, ਜੰਗ ਹਿੰਦ ਪੰਜਾਬ। ਸੋ 84 ਦੇ ਵਿੱਚ ਜਿਹੜੇ ਆਪਣੇ ਜੁਝਾਰੂ ਸਿੰਘਾਂ ਨੇ ਸਿੰਘੀਆਂ ਨੇ ਸਟੈਂਡ ਲਿਆ ਸੀਗਾ, ਉਹਦੇ ਬਾਰੇ ਡਾਕੂਮੈਂਟਰੀ ਬਣਾਈ ਆ। ਇਹ ਡਾਕੂਮੈਂਟਰੀ ਨੂੰ ਇੱਦਾਂ 5-6 ਸਾਲ ਲੱਗੇ ਸੀਗੇ ਬਣਾਉਣ ਨੂੰ ਤੇ 80 ਘੰਟੇ ਦਾ ਕੰਟੈਂਟ, ਇੰਟਰਵਿਊਆਂ, ਨਿਊਜ਼ ਫੁਟੇਜ, ਇਹ ਸਾਰਾ ਇਕੱਠਾ ਕਰਕੇ ਜਿਹਨੀ ਮੂਵੀ ਬਣਾਈ ਆ, ਇਹ 2.5 ਘੰਟੇ ਦੀ ਮੂਵੀ ਬਣਾਈ ਆ। ਸੋ ਬਹੁਤ ਮਿਹਨਤ ਇਹ ਮੂਵੀ ਦੇ ਵਿੱਚ ਆਈ ਆ। ਤੇ ਮੋਡੈਸਟੋ ਦੇ ਵਿੱਚ ਅਗੇਨ ਸਟੇਟ ਥੀਏਟਰ 6:30 ਸ਼ੁੱਕਰਵਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਆਹ ਹਫ਼ਤਾ ਜਿਹੜਾ ਆ ਮੂਵੀ ਥੀਏਟਰ ਐਡਰੈਸ ਆ 1307 ਜੇ ਸਟਰੀਟ ਮੋਡੈਸਟੋ ਤੇ ਟਿਕਟਾਂ ਫ੍ਰੀ ਆ। ਸੋ ਸਾਰੇ ਜਣੇ ਆ ਸਕਦੇ, ਸਾਰੇ ਆਪਣੇ ਪਰਿਵਾਰ ਨੂੰ ਤੁਸੀਂ ਲੈ ਕੇ ਆਇਓ। ਜੇ ਅਸੀਂ ਰਿਕੁਐਸਟ ਕਰਦੇ ਹਾਂ ਵੀ ਜੇ ਤੁਸੀਂ ਰਿਜ਼ਰਵ ਕਰ ਸਕਦੇ ਹੋ ਟਿਕਟਾਂ ਬੈਟਰ ਆ, ਸਾਨੂੰ ਫਿਰ ਥੋੜ੍ਹਾ ਪਤਾ ਲੱਗ ਜਾਂਦਾ ਕਿੰਨੇ ਕੁ ਜਣਿਆਂ ਨੇ ਆਉਣਾ। ਸੋ ਉਹ ਤੁਸੀਂ ਜਾ ਕੇ jakara.org/battle ਤੇ ਕਰ ਸਕਦੇ ਆ। ਜੇ ਕਿਸੇ ਨੂੰ ਨਹੀਂ ਕੰਪਿਊਟਰ ਚਲਾਉਣਾ ਆਉਂਦਾ ਤੁਸੀਂ ਮੈਨੂੰ ਕਾਲ ਕਰ ਲਿਓ 916-398-6705। ਪਰ ਜੇ ਨਹੀਂ ਤੁਹਾਡੇ ਤੋਂ ਰਿਜ਼ਰਵ ਕਰ ਹੁੰਦੀਆਂ ਟਿਕਟਾਂ ਕੋਈ ਗੱਲ ਨਹੀਂ, ਉੱਦਾਂ ਵੀ ਆ ਜਿਓ, ਕੋਈ ਚੱਕਰ ਨਹੀਂ, ਆਪਾਂ ਉਹ ਵੀ ਸਾਰਿਆਂ ਨੂੰ ਉਦੋਂ ਐਂਟਰੀ ਦੇ ਦੂੰਗੇ। ਪਰ ਸਾਰਿਆਂ ਨੂੰ ਬੇਨਤੀ ਆ ਵੀ ਆਲੇ ਦੁਆਲੇ ਮੋਡੈਸਟੋ, ਲੈਥਰੋਪ, ਮੈਂਟੀਕਾ, ਲਿਵਿੰਗਸਟਨ, ਟਰਲੌਕ, ਟ੍ਰੇਸੀ, ਸਟਾਕਟਨ, ਈਵਨ ਸੈਕਰਾਮੈਂਟੋ, ਸਟਾਕਟਨ, ਮਡੇਰਾ, ਜਿੱਥੇ ਵੀ ਨੇੜੇ ਰਹਿੰਦੇ ਤੁਸੀਂ, ਇਹ ਬਹੁਤ ਜ਼ਰੂਰੀ ਆਪਾਂ ਨੂੰ ਆਉਣਾ ਚਾਹੀਦਾ ਆ। ਆਪਣੇ ਬੱਚਿਆਂ ਨੂੰ ਨਾਲ ਲਿਆਉਣਾ ਚਾਹੀਦਾ ਆ, ਕਿਉਂਕਿ ਜੇ ਅਸੀਂ ਸਾਡੇ ਪਾਸਟ ਨੂੰ ਨਹੀਂ ਅੰਡਰਸਟੈਂਡ ਕਰਦੇ, ਸਾਡੇ ਇਤਿਹਾਸ ਨੂੰ ਨਹੀਂ ਅੰਡਰਸਟੈਂਡ ਕਰਦੇ ਤਾਂ ਫਿਰ ਸਾਡੇ ਆਉਣ ਵਾਲੇ ਸਮੇਂ ਨੂੰ ਨਹੀਂ ਸਾਡੇ ਕੋਲ ਸਮਝ ਹੋਣਾ। ਜੀ ਜੀ ਬਿਲਕੁਲ। ਸੋ ਫਰਾਈਡੇ ਨੂੰ ਇਹ ਜਿਹੜੀ ਮੂਵੀ ਦਿਖਾਈ ਜਾ ਰਹੀ ਹੈਗੀ ਆ ਸਟੇਟ ਥੀਏਟਰ ਆਫ ਮੋਡੈਸਟੋ ਦੇ ਵਿੱਚ, ਸੋ ਤੁਸੀਂ ਰਜਿਸਟਰ ਕਰ ਸਕਦੇ ਆ ਇਸ ਦੇ ਵਿੱਚ jakara.org/battle ਦੇ ਉੱਤੇ ਜਾ ਕੇ, ਜਾਂ ਮਨਦੀਪ ਹੋਣਾ ਦੇ ਨਾਲ ਤੁਸੀਂ ਕੰਟੈਕਟ ਵੀ ਜਿਹੜਾ ਉਹ ਕਰ ਲਿਓ 9163986705। ਤੇ ਟਾਈਮਿੰਗ ਕੀ ਹੈਗੀ ਆ ਇਸ ਮੂਵੀ ਦੀ? ਟਾਈਮਿੰਗ ਹੈ ਜੀ, ਡੋਰ 6:15 ਖੁੱਲ ਜਾਣੇ ਆ ਤੇ ਮੂਵੀ ਆਪਾਂ 7 ਵਜੇ ਸਟਾਰਟ ਕਰਨੀ ਆ ਜੀ। ਤੇ ਪ੍ਰਭਜੋਤ ਹੁਣੀ ਪੁੱਛ ਰਹੇ ਆ ਸਾਨੂੰ ਸੋਸ਼ਲ ਮੀਡੀਆ ਤੇ ਵੀ, ਕੀ ਕਹਿੰਦੇ ਸੈਕਰਾਮੈਂਟੋ ਦੇ ਵਿੱਚ ਆਲਰੇਡੀ ਇਹ ਦਿਖਾਈ ਜਾ ਚੁੱਕੀ ਹੈ ਜਾਂ ਉੱਥੇ ਹੈ ਪਲਾਨ ਦਿਖਾਉਣ ਦੇ? ਆਪਾਂ ਦਸੰਬਰ ਦੇ ਵਿੱਚ ਦਿਖਾਈ ਸੀਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਉਂਗੇ ਜੂਨ ਦੇ ਵਿੱਚ, ਹੁਣ ਵੱਖਰੇ ਵੱਖਰੇ ਥਾਵਾਂ ਤੇ ਵੀ। ਪਰ ਡੈਫੀਨੇਟਲੀ ਜੇ ਤੁਸੀਂ ਆਉਣ ਵਾਲੇ ਫਰਾਈਡੇ ਪਹੁੰਚ ਸਕਦੇ ਆ ਤਾਂ ਜ਼ਰੂਰ ਆਇਓ, ਕਿਉਂਕਿ ਇਹ ਇੱਦਾਂ ਦੀ ਫਿਲਮ ਡਾਕੂਮੈਂਟਰੀ ਆ ਜਿਹੜੀ ਇੱਕ ਵਾਰੀ ਦੇਖ ਕੇ ਲਾਈਕ ਤੁਹਾਨੂੰ ਸਮਝ ਨਹੀਂ ਆਉਂਦੀ ਪੂਰੀ, ਹੈ ਨਾ। ਹਰੇਕ ਵਾਰੀ ਜਦੋਂ ਤੁਸੀਂ ਦੇਖਦੇ ਆ ਤਾਂ ਕੋਈ ਨਵੀਂ ਚੀਜ਼ ਨਿਕਲਦੀ ਹੈ ਇਹਦੇ ਵਿੱਚੋਂ। ਮੈਂ ਹੁਣ ਅਸੀਂ ਪਿਛਲੇ ਸਾਲ ਵੀ ਸਕਰੀਨਿੰਗਾਂ ਕੀਤੀਆਂ ਸੀਗੀਆਂ ਡਿਫਰੈਂਟ ਗੁਰੂ ਘਰਾਂ ਦੇ ਵਿੱਚ। ਸੋ ਮੈਂ ਹੁਣ ਪਰਸਨਲੀ ਲਾਈਕ 7-8 ਵਾਰੀ ਫਿਲਮ ਦੇਖ ਲਈ ਆ ਇਹ, ਤੇ ਮੈਂ ਸੱਚੀ ਲਾਈਕ ਦਿਲੋਂ ਕਹਿ ਸਕਦਾ ਵੀ ਹਰੇਕ ਵਾਰੀ ਜਦੋਂ ਦੇਖਦਾ ਕੋਈ ਨਾ ਕੋਈ ਨਵੀਂ ਚੀਜ਼ ਸਿੱਖਦਾ ਹੈ ਇਹਦੇ ਵਿੱਚੋਂ। ਸੋ ਡੈਫੀਨੇਟਲੀ ਰਿਕੁਐਸਟ ਕਰੂੰਗੇ ਪ੍ਰਭਜੋਤ ਸਾਹਿਬ ਨੂੰ ਵੀ ਤੁਸੀਂ ਜ਼ਰੂਰ ਆਇਓ ਜੇ ਤੁਹਾਡੇ ਕੋਲ ਟਾਈਮ ਹੈਗਾ। ਜੀ ਤੇ ਰਾਜ ਕਰਨਗੇ, ਮੈਂ ਵੀ ਕਹਿਣਾ ਵੀ ਨਹੀਂ ਚਾਹੁੰਦਾ ਪਰ ਫਿਰ ਵੀ ਮੈਂ ਕਹੂੰਗਾ, ਇੱਕ ਗੁਪਤ ਸੇਵਾਦਾਰ ਨੇ ਆਪਣੇ ਪਰਿਵਾਰ ਵੱਲੋਂ $2500 ਮਤਲਬ ਦਿੱਤਾ ਹੀ ਸੀ ਇਸ ਥੀਏਟਰ ਨੂੰ, ਕਿਉਂਕਿ ਉਹਦੇ ਬਸ ਦਿਲੋਂ ਚਾਹੁੰਦਾ ਸੀ ਕਿ ਮਤਲਬ ਸਾਰੀ ਸੰਗਤ ਮਤਲਬ ਜਿਹੜੇ ਆ ਸਕਦੇ ਉਹ ਮਤਲਬ ਆ ਜਾਣ, ਜੇ ਅਸੀਂ ਇਕੱਠੇ ਬਹਿ ਕੇ ਸੰਗਤ ਰੂਪ ਤੇ ਅਸੀਂ ਮਤਲਬ ਇਹ ਫਿਲਮ ਦੇਖ ਸਕਦੇ। ਸੋ ਉਹ ਮੇਰੀ ਰਿਕੁਐਸਟ ਹੈ ਕਿ
I mean ਉਹ ਆਪਣਾ ਨਾਮ ਵੀ ਨਹੀਂ ਦਿੱਤਾ, ਕੁਛ ਨਹੀਂ ਦਿੱਤਾ, ਬਸ ਪਰਿਵਾਰ ਵੱਲੋਂ ਮਤਲਬ ਸਾਰੀ ਪੈਸਾ ਮਤਲਬ ਜਿਹੜੀ ਫੀਸ ਹੈਗੀ ਬੁਕਿੰਗ ਜਿਹੜੀ ਉਹਨਾਂ ਨੇ ਕਰਵਾਈ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਵੀ ਆ ਵੀ ਇੱਥੋਂ ਇਹ ਵੀ ਪਤਾ ਲੱਗਦਾ ਵੀ ਭਾਈ ਜੇ ਕੋਈ ਹੋਰ ਵੀ ਲੋਕ ਹੈਗੇ ਨੇ ਹੋਰ ਸ਼ਹਿਰਾਂ ਦੇ ਵਿੱਚ ਵੀ ਜੋ ਚਾਹੁੰਦੇ ਨੇ ਵੀ ਭਾਈ ਤੁਹਾਡੇ ਵੀ ਸ਼ਹਿਰ ਦੇ ਵਿੱਚ ਇਦਾਂ ਦਾ ਲਗਵਾਇਆ ਜਾਵੇ ਇਹ ਮੂਵੀ, ਤੁਸੀਂ ਦਿਖਾਉਣਾ ਚਾਹੁੰਦੇ ਆ ਤਾਂ ਤੁਸੀਂ ਮਨਦੀਪ ਜਾਂ ਨੈਨਦੀਪ ਹੁਣਾਂ ਦੇ ਨਾਲ, ਜਕਾਰਾ ਵਾਲਿਆਂ ਦੇ ਨਾਲ ਕੰਟੈਕਟ ਕਰੋ ਤਾਂ ਜੋ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਜਿਹੜੀ ਇਸ ਦੀ ਸਕਰੀਨਿੰਗ ਆ ਉਸ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਸਕੇ। ਸੋ ਕਈ ਗੁਰੂ ਘਰਾਂ ਦੇ ਵਿੱਚ ਉਪਲਬਧ ਹੁੰਦੀ ਆ ਇੱਦਾਂ ਦੀ ਚੀਜ਼, ਪਰ ਆਈ ਥਿੰਕ ਥੀਏਟਰ ਸੀਟਿੰਗ ਦੇ ਵਿੱਚ ਥੋੜ੍ਹਾ ਜਿਹਾ ਬੈਟਰ ਜਿਹੜਾ ਉਹ ਰਹਿੰਦਾ। ਅਤੇ ਸੋ ਕੋਸ਼ਿਸ਼ ਕਰੋ ਵੀ ਇੱਦਾਂ ਦੇ ਉਪਰਾਲੇ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਉਹ ਹੋਣ। ਸੋ ਹੁਣ 10 ਤਰੀਕ ਨੂੰ ਮੋਡੈਸਟੋ ਦੇ ਵਿੱਚ ਇਹ ਦੇਖੀ ਜਾਣੀ ਆ। ਸੋ jakara.org/battle 'ਤੇ ਜਾ ਕੇ ਰਜਿਸਟਰ ਕਰ ਲਓ ਜਾਂ ਮਨਦੀਪ ਦੇ ਨਾਲ ਤੁਸੀਂ ਜਿਹੜਾ ਉਹ ਕੰਟੈਕਟ ਕਰ ਲਿਓ 9163986705 ਦੇ ਉੱਤੇ। ਬੈਟਲ ਆਫ ਅੰਮ੍ਰਿਤਸਰ ਜਿਹੜੀ ਇਹ ਮੂਵੀ ਆ ਉਸ ਨੂੰ ਜਿਹੜਾ ਉਹ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ। ਹੁਣ ਸਮਾਂ ਵੀ ਆਪਣਾ ਸਮਾਪਤ ਆ। ਮਨਦੀਪ ਤੇ ਨੈਨਦੀਪ ਸਿੰਘ ਜੀ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਕਰੀਏ ਜੀ ਹੁਣ ਸਮਾਪਤੀ ਆਪਣੇ ਪ੍ਰੋਗਰਾਮ ਨੂੰ, ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ ਪੌਣੇ 1 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ। ਪੌਣੇ 1 ਵਜੇ ਤੋਂ 1 ਵਜੇ ਦੇ ਵਿੱਚ ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ ਜਿਹੜਾ ਉਹ ਪੇਸ਼ ਹੋਊਗਾ। 1 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ ਫਿਰ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਤ, ਜਿਸ ਦੇ ਵਿੱਚ ਅੱਜ ਆਪਾਂ ਫਾਰਮਿੰਗ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਾਂਗੇ, ਅਪਡੇਟ ਫਾਰਮਿੰਗ। ਤੇ ਉਸ ਤੋਂ ਉਪਰੰਤ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਉਹ ਪ੍ਰੋਗਰਾਮ, ਜਿਸ ਦੇ ਵਿੱਚ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਆ ਉਹ ਸ਼ੇਅਰ ਕੀਤੀਆਂ ਜਾਣਗੀਆਂ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ। ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਪੇਸ਼ ਕੀਤਾ ਜਾਊਗਾ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ। ਸੋ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਉਹ ਚੱਲਦੇ ਰਹਿਣਗੇ। ਜੁੜੇ ਰਹੋ ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।